स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਤੁਸੀਂ ਤੇ ਮੈਂ ਲਗਾਤਾਰ ਇਹ ਚੀਜ਼ਾਂ ਸੁਣਦੇ ਆਏ ਹੋਵਾਂਗੇ ਵੱਖ-ਵੱਖ ਮੰਤਰੀਆਂ ਦੇ ਮੂੰਹੋਂ ਵੀ, ਵਿਧਾਇਕਾਂ ਦੇ ਮੂੰਹੋਂ ਵੀ, ਇੱਥੋਂ ਤੱਕ ਕਿ ਵਰਕਰਾਂ ਦੇ ਮੂੰਹੋਂ ਵੀ ਕਿ ਖਜ਼ਾਨਾ ਖਾਲੀ ਹੈ, ਇਸ ਕਰਕੇ ਪੰਜਾਬ ਦਾ ਵਿਕਾਸ ਨਹੀਂ ਹੋ ਰਿਹਾ। ਖਜ਼ਾਨਾ ਖਾਲੀ ਹੈ ਇਸ ਕਰਕੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਖਜ਼ਾਨਾ ਖਾਲੀ ਹੈ ਇਸ ਕਰਕੇ ਸੜਕਾਂ ਪੁਲਾਂ ਦਾ ਨਿਰਮਾਣ ਨਹੀਂ ਹੋ ਰਿਹਾ, ਖਜ਼ਾਨਾ ਖਾਲੀ ਹੈ ਇਸੇ ਕਰਕੇ ਸਰਕਾਰ ਕਹਿੰਦੀ ਹੈ ਕਿ ਪੰਜਾਬ ਦਾ ਵਿਕਾਸ ਰੁਕ ਗਿਆ। ਇਹ ਖਜ਼ਾਨਾ ਖਾਲੀ ਕਿਨੇ ਕੀਤਾ ਤੇ ਸਿੱਧਾ ਸਿੱਧਾ ਇਲਜ਼ਾਮ ਆਉਂਦਾ ਕਿ ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ ਤੇ ਸਾਡੇ ਪੱਲੇ ਕੁਝ ਵੀ ਨਹੀਂ ਛੱਡ ਕੇ ਗਈ ਤਾਂ ਜੋ ਅਸੀਂ ਪੰਜਾਬ ਦਾ ਵਿਕਾਸ ਕਰ ਸਕੀਏ। ਅਸੀਂ ਵਾਅਦੇ ਤਾਂ ਬਹੁਤ ਕੀਤੇ ਸੀਗੇ, ਵਾਅਦੇ ਪੂਰੇ ਤਾਂ ਹੀ ਹੋਣਗੇ ਜੇ ਸਾਡੇ ਕੋਲ ਪੈਸਾ ਹੋਏਗਾ। ਪਰ ਕੁਝ ਗੱਲਾਂ ਅਜਿਹੀਆਂ ਨੇ ਜਿਹੜੀਆਂ ਇਹ ਸੋਚਣ ਤੇ ਸਮਝਣ ਲਈ ਮਜਬੂਰ ਕਰਦੀਆਂ ਨੇ ਕਿ ਵਾਕਈ ਖਜ਼ਾਨਾ ਖਾਲੀ ਹੈ ਜਾਂ ਖਜ਼ਾਨਾ ਖਾਲੀ ਦਾ ਢਿੰਡੋਰਾ ਹੀ ਪਿੱਟਿਆ ਜਾ ਰਿਹਾ। ਦੋ ਵੱਡੀਆਂ ਗੱਲਾਂ ਜਿਹੜੀਆਂ ਅੱਜ ਸਾਹਮਣੇ ਆਈਆਂ ਨੇ ਉਸਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਹ ਕਿਹਾ ਜਾ ਰਿਹਾ ਕਿ ਵਿਧਾਇਕਾਂ ਲਈ ਨਵੀਆਂ ਗੱਡੀਆਂ ਦਾ ਆਰਡਰ ਦਿੱਤਾ ਗਿਆ ਹੈ, ਲਗਭਗ 14 ਨਵੀਆਂ ਗੱਡੀਆਂ ਦਾ ਆਰਡਰ ਦਿੱਤਾ ਗਿਆ ਹੈ ਕਿਉਂਕਿ ਵਿਧਾਇਕਾਂ ਦੇ ਕੋਲ ਨਵੀਆਂ ਗੱਡੀਆਂ ਨਹੀਂ ਨੇ, ਇਸ ਕਰਕੇ ਕੰਮ ਵੀ ਰੁਕ ਜਾਂਦਾ ਹੈ। ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦੇਣੀਆਂ ਬੜੀਆਂ ਜ਼ਰੂਰੀ ਨੇ, ਤਾਂ ਖਜ਼ਾਨਾ ਕਿਵੇਂ ਭਰ ਜਾਏਗਾ, ਉਹ ਪੈਸਾ ਕਿੱਥੋਂ ਆਏਗਾ, ਇਹ ਵੀ ਸਵਾਲ ਹੈ। ਇੱਕ ਆਰਟੀਆਈ ਪਾਈ ਗਈ ਜਿਸ ਦੇ ਵਿੱਚ ਇਹ ਸਾਫ਼ ਹੋਇਆ ਕਿ ਸਾਡੇ ਖਜ਼ਾਨਾ ਮੰਤਰੀ ਸਾਹਿਬ ਮਨਪ੍ਰੀਤ ਸਿੰਘ ਬਾਦਲ ਸਾਹਿਬ, ਉਹਨਾਂ ਦੀ ਕੋਠੀ ਹੈ ਜਿਹੜੀ, ਉਹਨਾਂ ਦੀ ਕੋਠੀ ਦੇ ਵਿੱਚ 4 ਤੋਂ 5 ਕਮਰੇ ਨੇ ਔਰ ਯਕੀਨ ਮੰਨਿਓ ਔਰ ਸ਼ਾਇਦ ਤੁਹਾਨੂੰ ਵੀ ਝਟਕਾ ਲੱਗੇਗਾ ਸੁਣ ਕੇ, 5 ਤੋਂ 6 ਕਮਰਿਆਂ ਦੀ ਕੋਠੀ ਦੇ ਵਿੱਚ 27 ਏਅਰ ਕੰਡੀਸ਼ਨਰ ਲੱਗੇ ਹੋਏ ਨੇ, 27 ਨਵੇਂ ਏਸੀ ਲੱਗੇ ਨੇ ਔਰ ਗੀਜ਼ਰਾਂ ਦੀ ਗਿਣਤੀ 14 ਹੈਗੀ ਹੈ। 3 ਬਾਥਰੂਮਾਂ ਦੇ ਵਿੱਚ 14 ਗੀਜ਼ਰ ਲੱਗੇ ਹੋਏ ਨੇ। ਲਗਭਗ 12,56,000 ਰੁਪਏ ਦੇ ਇਹ ਉਪਕਰਨ ਖਰੀਦੇ ਗਏ ਜਿਨ੍ਹਾਂ ਤੇ 7 ਲੱਖ ਰੁਪਏ ਸਾਲਾਨਾ ਬਿਜਲੀ ਦਾ ਬਿੱਲ ਵੀ ਆਉਂਦਾ ਹੈ। ਉਹ ਸਾਡੇ ਖਜ਼ਾਨਾ ਮੰਤਰੀ ਜਿਹੜੇ ਕਿਸੇ ਆਏ ਗਏ ਨੂੰ ਚਾਹ ਵੀ ਨਹੀਂ ਪੁੱਛਦੇ, ਇਸ ਲਈ ਕਿਉਂਕਿ ਖਜ਼ਾਨਾ ਖਾਲੀ ਹੈ। ਅਜਿਹੇ ਦੇ ਵਿੱਚ ਸਵਾਲ ਖੜਾ ਹੁੰਦਾ ਹੈ, ਅਸੀਂ ਜਦੋਂ ਆਪਣੇ ਕਮਰੇ ਦੇ ਵਿੱਚ ਏਸੀ ਔਨ ਕਰਦੇ ਹਾਂ ਤੇ ਅਸੀਂ ਵਾਰ-ਵਾਰ ਟੈਂਪਰੇਚਰ ਸੈੱਟ ਕਰਦੇ ਰਹਿੰਦੇ ਕਿ ਬਿਜਲੀ ਦਾ ਬਿੱਲ ਬੜਾ ਵੱਡਾ ਆਣਾ ਹੈ ਔਰ ਇੱਕ ਕਮਰੇ ਦੇ ਵਿੱਚ ਏਸੀ ਇੱਕੋ ਹੀ ਬਹੁਤ ਹੁੰਦਾ। ਜੇ ਤੁਸੀਂ 4 ਕਮਰਿਆਂ ਦੇ ਵਿੱਚ 27 ਏਸੀ ਲਾਉਂਦੇ ਹੋ ਤਾਂ ਪਤਾ ਨਹੀਂ ਕਿੰਨਾ ਕੁ ਗਲੋਬਲ ਵਾਰਮਿੰਗ ਦਾ ਅਸਰ ਉਸ ਕੋਠੀ ਤੇ ਹੋ ਰਿਹਾ ਕਿ 27 ਏਸੀ ਉਸ ਕੋਠੀ ਨੂੰ ਠੰਡਾ ਕਰ ਰਹੇ ਨੇ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ ਕਿ ਜਿਹੜਾ ਖਜ਼ਾਨਾ ਖਾਲੀ ਹੈ ਉਹ ਸਿਰਫ ਮੁਲਾਜ਼ਮਾਂ ਲਈ, ਪੰਜਾਬ ਦੇ ਆਮ ਲੋਕਾਂ ਲਈ, ਪੰਚਾਇਤਾਂ ਲਈ, ਗ੍ਰਾਂਟਾਂ ਲਈ ਹੈ ਜਾਂ ਫਿਰ ਖਜ਼ਾਨਾ ਖਾਲੀ ਉਹਨਾਂ ਮੰਤਰੀਆਂ ਲਈ ਵੀ ਹੋਣਾ ਚਾਹੀਦਾ, ਵਿਧਾਇਕਾਂ ਲਈ ਵੀ ਹੋਣਾ ਚਾਹੀਦਾ ਜਿਨ੍ਹਾਂ ਨੂੰ ਸਾਰੀਆਂ ਸੁੱਖ ਸਹੂਲਤਾਵਾਂ ਚਾਹੀਦੀਆਂ ਨੇ, ਭਾਵੇਂ ਖਜ਼ਾਨਾ ਖਾਲੀ ਹੈ ਜਾਂ ਖਜ਼ਾਨਾ ਭਰਿਆ ਹੋਇਆ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ, ਅਸ਼ਵਨੀ ਸੇਖੜੀ ਸਾਹਿਬ ਮੌਜੂਦ ਨੇ, ਬੁਲਾਰ ਨੇ ਪੰਜਾਬ ਕਾਂਗਰਸ ਦੇ, ਗੁਰਵਿੰਦਰ ਸਿੰਘ ਬਾਲੀ ਸਾਹਿਬ ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਇਕਬਾਲ ਸਿੰਘ ਜੀ ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਸਾਧੂ ਸਿੰਘ ਬਰਾੜ ਸਾਹਿਬ ਸੀਨੀਅਰ ਪੱਤਰਕਾਰ ਨੇ, ਅਮਰਜੀਤ ਸਿੰਘ ਵਾਲੀਆ ਸਾਹਿਬ ਜਨਰਲ ਸਕੱਤਰ ਨੇ, ਪੰਜਾਬ ਸਿਵਲ ਸੈਕਟਰੀਏਟ ਰਿਟਾਇਰਡ ਅਫਸਰ ਐਸੋਸੀਏਸ਼ਨ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਇਕਬਾਲ ਸਿੰਘ ਤੁਹਾਡੇ ਤੋਂ ਕਰਾਂਗਾ ਕਿਉਂਕਿ ਵਿਰੋਧੀ ਤਰ੍ਹਾਂ ਬੜਾ ਸਵਾਲ ਜਵਾਬ ਚੁੱਕਦੀਆਂ ਨੇ ਕਿ ਸਰਕਾਰ ਵੈਸੇ ਤਾਂ ਕਹਿੰਦੀ ਰਹਿੰਦੀ ਖਜ਼ਾਨਾ ਖਾਲੀ ਹੈ ਔਰ ਆਪਣੀ ਪੀੜੀ ਥੱਲੇ ਘੋਟਣਾ ਕਿਉਂ ਨਹੀਂ ਫੇਰ ਕੇ ਦੇਖਦੀ। ਪਰ ਜਿਹੜੀਆਂ ਇਹ ਚੀਜ਼ਾਂ ਮੈਂ ਗਣਾਈਆਂ ਨੇ ਇਹ ਤੁਹਾਨੂੰ ਅਜੀਬ ਲੱਗਦੀਆਂ ਨੇ ਜਾਂ ਲੱਗਦਾ ਹੈ ਕਿ ਇੱਕ ਖਜ਼ਾਨਾ ਮੰਤਰੀ ਹੈ, ਕੈਬਨਿਟ ਮਿਨਿਸਟਰ ਹੈ, ਜਿਹਦਾ ਰੁਤਬਾ ਪੰਜਾਬ ਦੇ ਸੀਐਮ ਤੋਂ ਬਾਅਦ ਦਾ, ਜੋ ਨੇ ਆਪਣੀ ਕੋਠੀ ਦੇ ਵਿੱਚ 5-7 ਏਸੀ ਫਾਲਤੂ ਲਵਾ ਵੀ ਲਏ, 2-4 ਗੀਜ਼ਰ ਫਾਲਤੂ ਲਵਾ ਵੀ ਲਏ, ਇੰਨੀ ਕਿਹੜੀ ਆਫਤ ਆ ਗਈ ਕਿ ਅਸੀਂ ਉਹਨੂੰ ਹੈਡਲਾਈਨ ਦੀਆਂ ਖਬਰਾਂ ਬਣਾ ਦਿੱਤਾ, ਵਿਰੋਧੀ ਤਰ੍ਹਾਂ ਦੇ ਬਿਆਨ ਆਉਣ ਲੱਗ ਗਏ, ਅਕਾਲੀ ਦਲ ਦੇ ਵੀ ਆਏ, ਤੁਹਾਡੇ ਵੀ ਬਿਆਨ ਆਏ। ਇਹ ਤੁਹਾਨੂੰ ਵੱਡੀ ਖਬਰ ਲੱਗਦੀ ਹੈ ਜਾਂ ਐਵੇਂ ਲੱਗਦਾ ਕਿ ਸਿਆਸਤ ਹੋ ਰਹੀ ਹੈ ਇਸ ਮਸਲੇ ਤੇ? ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਵੀ ਜਦੋਂ ਨਾ ਕੋਈ ਬੰਦਾ ਦੂਜਾ ਕੋਈ ਇਹੋ ਜਿਹੀ ਗੱਲ ਕਰੇ ਉਹ ਨੋਰਮਲ ਜੀ ਲੱਗਦੀ ਹੈ। ਜਦੋਂ ਕੋਈ ਬੰਦਾ ਮਿੱਠੀਆਂ ਮਿੱਠੀਆਂ ਗੱਲਾਂ ਕਰੇ, ਇਹਦੀਆਂ ਗੱਲਾਂ ਐਸੀਆਂ ਮਿੱਠੀਆਂ ਸੀਗੀਆਂ, ਮੈਂ ਵੀ ਪ੍ਰਭਾਵਿਤ ਹੋ ਕੇ ਪੀਪੀ ਪਾਰਟੀ ਜਦੋਂ ਬਣਾਈ ਸੀ ਮੈਂ ਜੁਆਇਨ ਕੀਤਾ ਸੀਗਾ, ਬੜਾ ਇਹਨਾਂ ਤੋਂ ਪ੍ਰਭਾਵਿਤ ਸੀ, ਬੜਾ ਇਮਾਨਦਾਰ ਬੰਦਾ ਵੀ ਪੰਜਾਬ 'ਚ ਆਇਆ। ਫਿਰ ਇਹੋ ਜਿਹੇ ਬੰਦਾ ਜਦੋਂ ਇਹੋ ਜਿਹੀਆਂ ਹਰਕਤਾਂ ਕਰਦਾ ਗੁੱਸਾ ਜ਼ਿਆਦਾ ਵੱਧਦਾ। ਕੋਈ ਹੋਰ ਕਰੇ ਨੋਰਮਲ ਗੱਲ ਹੈ, ਉਹ ਤਾਂ ਪਤਾ ਹੀ ਵੀ 70 ਸਾਲ ਤੋਂ ਲੁੱਟ ਰਹੇ, ਕਰਪਟ ਹੈਗੇ ਸਾਰੇ ਲੀਡਰ, ਉਹਨਾਂ ਦੀ ਗੱਲ ਨੂੰ ਲੋਕ ਮਤਲਬ ਬਹੁਤਾ ਨਹੀਂ ਲੈਂਦੇ। ਜਦੋਂ ਇਹੋ ਜਿਹਾ ਬੰਦਾ ਜਿਹੜਾ ਦੂਜਿਆਂ ਨੂੰ ਸੰਦੇਸ਼ ਦਿੰਦਾ ਹੋਵੇ, ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇ, ਹੁਣ ਤਾਂ ਇੱਕ ਕਹਾਵਤ ਜੀ ਵੀ ਚੱਲ ਗਈ ਵੀ ਇਹ ਮਿੱਠੀਆਂ ਗੱਲਾਂ ਨੇ, ਇਹਦੀਆਂ ਤਾਂ ਗੱਲਾਂ ਵੀ ਸ਼ੂਗਰ ਕੋਟ ਹੈਗੀ, ਉਹਦੀ ਪਰਤ ਉਤਰ ਗਈ ਥੱਲੋਂ, ਇਹਦੀ ਅਸਲੀਅਤ ਨਿਕਲ ਆਈ। ਮਤਲਬ ਇਹ ਜਦੋਂ ਚੀਜ਼ਾਂ ਇਹ ਸਾਹਮਣੇ ਆਉਂਦੀਆਂ ਨਾ ਬਹੁਤ ਦੁੱਖ ਹੁੰਦਾ ਲੋਕਾਂ ਨੂੰ, ਕਿਉਂਕਿ ਵੋਟ ਕਰਦੇ ਲੋਕ ਇਮਾਨਦਾਰੀ ਨੂੰ ਦੇਖ ਕੇ ਅੱਜ ਕੱਲ੍ਹ ਵੋਟ ਕਰਦੇ, ਇਹਨਾਂ ਲੋਕਾਂ ਦਾ ਭਰੋਸਾ ਤੋੜਿਆ ਤਾਂ ਇਹ ਗੱਲਾਂ ਹੈਡਲਾਈਨ ਬਣਦੀ। ਆਰਟੀਆਈ ਪਾਈ ਹੈ ਤਾਂ ਇਹਦੇ ਨਾਲ ਹੁਣ ਇਹਨੂੰ ਜਵਾਬ ਖੁਲਾਸੇ ਹੋਏ ਤੇ ਹੁਣ ਇਹਨੂੰ ਜਵਾਬ ਦੇਣਾ ਬਣਦਾ ਲੋਕਾਂ ਨੂੰ ਵੀ ਇਹਦਾ ਸਫਾਈ ਦੇਵੇ ਵੀ। ਲੋਕਾਂ ਦਾ ਕਹਿੰਦਾ ਮੈਂ ਚਾਹ ਵੀ ਨਹੀਂ ਪਿਲਾਉਂਦਾ ਦਫ਼ਤਰ, ਉਹ ਚਾਹ ਨਾਲ ਕਿੰਨਾ ਖਜ਼ਾਨੇ ਪਰ ਵਜਨ ਪੈ ਜਾਊਗਾ। ਆਹੋ ਕਿਉਂਕਿ ਗੱਲਾਂ ਇਸ ਕਰਕੇ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਮੈਂ ਚਾਹ ਵੀ ਨਹੀਂ ਪਿਆਣੀ, ਜਦੋਂ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਮੈਂ ਸਰਕਾਰੀ ਗੱਡੀ ਵੀ ਨਹੀਂ ਲੈਣੀ ਔਰ ਗੱਡੀ ਡਰਾਈਵ ਵੀ ਖੁਦ ਕਰਾਂਗਾ, ਫਿਰ ਉਹਨਾਂ ਚੀਜ਼ਾਂ ਨੂੰ ਜਦੋਂ ਇਹਨਾਂ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਫਿਰ ਇਹ ਸਮਝ ਆਉਂਦਾ ਕਿ ਕਹਿਣੀ ਤੇ ਕਥਨੀ ਤੇ ਕਰਨੀ ਦੇ ਵਿੱਚ ਬੜਾ ਫਰਕ ਹੈ। ਕਹਿੰਦੇ ਤੁਸੀਂ ਕੁਝ ਹੋ ਔਰ ਕਰਦੇ ਕੁਝ ਹੋ, ਇਸ ਕਰਕੇ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਮੈਂ ਇੱਕ ਵਾਰ ਰਿਐਕਸ਼ਨ ਸਾਰਿਆਂ ਦਾ ਲੈ ਲਾ ਫਿਰ ਅੱਗੇ ਵਧਾਂਗਾ। ਬਾਲੀ ਸਾਹਿਬ ਤੁਹਾਡਾ ਕੀ ਰਿਐਕਸ਼ਨ ਹੈ? ਕਿਉਂਕਿ ਕਹਿੰਦੇ ਨੇ ਕਿ 14 ਵਿਧਾਇਕਾਂ ਨੂੰ ਵੀ ਗੱਡੀਆਂ ਨਵੀਆਂ ਦੇਣੀਆਂ ਨੇ ਔਰ ਮਨਪ੍ਰੀਤ ਬਾਦਲ ਦੇ ਕੋਠੀ ਤੇ ਜਿਹੜਾ ਆਰਟੀ ਪਾਈ ਗਈ ਸੀ
ਉਹਦੇ ਖੁਲਾਸੇ ਬੜੇ ਹੋਏ ਨੇ, ਜਿਹਦੇ ਵਿੱਚ ਸਭ ਕੁਝ ਦੱਸਿਆ ਗਿਆ ਕਿ 5 ਤੋਂ 6 ਕਮਰਿਆਂ ਦੀ ਕੋਠੀ ਦੇ ਵਿੱਚ 27 ਏਸੀ ਤੇ 14 ਗੀਜ਼ਰ ਲੱਗੇ ਹੋਏ ਨੇ। ਉਹ ਤਾਂ ਲੋਕਾਂ ਨੇ ਮਜ਼ਾਕ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਇਹ ਏਸੀ ਗੀਜ਼ਰ ਕੀ ਰਸੋਈਆਂ ਤੇ ਗੁਸਲਖਾਨਿਆਂ ਦੇ ਵਿੱਚ ਵੀ ਲੱਗੇ ਹੋਏ ਨੇ, ਔਰ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਕਿ 4-5 ਕਮਰਿਆਂ ਦੇ ਵਿੱਚ ਤੁਸੀਂ ਕਿੰਨੇ ਕੁ ਏਸੀ ਲਾ ਲਓਗੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਵੈਸੇ ਮੈਂ ਤਾਂ ਚਾਹੁੰਦਾ ਸੀ ਕਾਂਗਰਸ ਅਗਰ ਉਹਦਾ ਵਰਜਨ ਦਿੰਦਾ ਤਾਂ ਜ਼ਿਆਦਾ ਚੰਗੀ ਗੱਲ ਹੁੰਦੀ, ਲੈ ਲੈਣੇ ਉਹਨਾਂ ਦਾ ਵੀ, ਕਿਉਂਕਿ 3 ਸਾਲ ਤੋਂ ਅਸੀਂ ਇਹੀ ਦੇਖ ਰਹੇ ਹਾਂ, ਸੁਣ ਰਹੇ ਹਾਂ ਜੀ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਆ ਹੁਣ ਤੁਹਾਡੇ ਸਾਹਮਣੇ ਆਰਟੀਆਈ ਦੀ ਜਿਹੜੀ ਹੈਗੀ ਆ ਜਿਹੜੀ ਰਿਪੋਰਟ ਆਈ ਹੈ ਉਹ ਕੀ ਆਈ ਆ ਦੇਖ ਲਓ। ਨੇ ਆ ਡੁਪਲੀਕੇਟ ਮੰਤਰੀ, ਖਾਲੀ ਮੰਤਰੀ ਜਿਹੜੇ ਨੇ। ਅੱਜ ਤੁਸੀਂ ਖਜ਼ਾਨਾ ਮੰਤਰੀ ਕਹਿੰਦੇ ਹੋ, ਮੈਂ ਤਾਂ ਇਹਨਾਂ ਨੂੰ ਖਾਲੀ ਮੰਤਰੀ ਕਹਿੰਦਾ ਕਿ ਇਹ ਖਾਲੀ ਮੰਤਰੀ ਜਦ ਖਜ਼ਾਨਾ ਹੈ ਹੀ ਨਹੀਂ ਤੇ ਫਿਰ ਮੰਤਰੀ ਕਾਹਦੇ। ਤੁਸੀਂ ਮੈਨੂੰ ਇੱਕ ਵੀ ਸੰਸਥਾ ਪੰਜਾਬ ਦੀ ਇਹ ਦੱਸ ਦਿਓ ਜਿਹੜੀ ਇਹਦੇ ਮੰਤਰੀਸ਼ਿਪ ਦੇ ਵਿੱਚ ਅੱਜ ਸੁਖੀ ਹੋਵੇ। ਇੱਕ ਵੀ ਸੰਸਥਾ। ਐਮਪਲਾਈਜ਼ ਮੇਰੇ ਨਾਲ ਬੈਠੇ ਨੇ, ਆਫਿਸਰ ਯੂਨੀਅਨ ਦੇ ਨਾਲ ਬੈਠੇ ਨੇ, ਜਨਰਲ ਸੈਕਟਰੀ ਸਾਹਿਬ, ਇਹ ਦੱਸਦੇ ਨੇ, ਜ਼ਿਆਦਾ ਵਿਸਥਾਰ ਨਾਲ ਦੱਸਣਗੇ। ਜੇ ਤੁਸੀਂ ਦੇਖੋ 2-2 ਕਰੋੜ ਰੁਪਈਆ ਇੱਕ ਬਰਥਡੇ ਪਾਰਟੀ ਤੇ 3-3 ਕਰੋੜ ਰੁਪਈਆ ਹਯਾਤ ਹੋਟਲਾਂ 'ਚ ਜਾ ਦਿੰਦਾ ਗੌਰਮੈਂਟ ਦੇ ਖਾਤੇ 'ਚੋਂ। ਜੇ ਮਾਜਰੀ ਦੇ ਵਿੱਚ ਹੁੰਦਾ ਓਨਲੀ ਐਮਐਲਏ ਨਾਟ ਪੱਤਰਕਾਰ, ਉੱਥੇ ਪੱਤਰਕਾਰ ਦੀ ਵੀ ਐਂਟਰੀ ਨਹੀਂ ਹੁੰਦੀ, ਜਰਨਲਿਸਟ ਸਾਹਿਬਾਨ ਦੀ ਵੀ ਜਿਹੜੀ ਉਹ ਐਂਟਰੀ ਨਹੀਂ ਹੁੰਦੀ, ਉੱਥੇ ਕਰੋੜ ਰੁਪਈਆ ਲੱਗ ਜਾਂਦਾ ਹੈਗਾ ਵੇ। ਉਹਦੇ ਵਿੱਚ ਤਾਂ ਤੁਸੀਂ ਦੱਸੋ ਵੀ ਇਹ ਕੀ ਹੋਏਗਾ। ਹੁਣ ਥੋੜੇ ਦਿਨ ਪਹਿਲੇ ਇਹਨਾਂ ਨੇ ਬਿਆਨ ਦਿੱਤਾ 1-1.5 ਕਰੋੜ ਰੁਪਈਆ ਇੱਕ ਕੋਠੀ ਤੇ ਰੈਨੋਵੇਸ਼ਨ ਤਾਂ ਲੱਗਾ ਸਰ। ਤੁਸੀਂ ਤਾਂ ਸਿਰਫ ਇਹਨਾਂ ਦੀ ਕੋਠੀ ਦੀ ਗੱਲ ਕਰ ਰਹੇ ਹੋ, 27 ਏਸੀਆਂ ਦੀ, ਵੀ ਇਹਨਾਂ ਦੇ 27 ਏਸੀ ਨੇ। ਤੁਸੀਂ ਕੋਈ ਕੋਠੀ ਦੇਖ ਲਓ, ਕਿਆ ਅਕਾਲੀ ਦਲ ਦੇ ਅਗਰ ਮੰਤਰੀ ਸਭਾ ਰਹਿੰਦੇ ਸੀ, ਕਿਆ ਮਾਨ ਸਨਮਾਨਿਤ ਲੋਕ ਨਹੀਂ ਸੀ, ਕਿਆ ਉਹ ਮੰਤਰੀ ਨਹੀਂ ਸਨ। 2 ਕਰੋੜ ਰੁਪਏ ਦਾ ਫਰਨੀਚਰ ਆਇਆ ਸਰ ਮੁੱਖ ਮੰਤਰੀ ਦੇ ਵਿੱਚ। ਮੈਨੂੰ ਉਸ ਦੁਕਾਨ ਦਾ ਵੀ ਪਤਾ ਕਿ ਕਿੱਥੋਂ ਆਇਆ, ਉਹਨਾਂ ਨੂੰ ਪੈਸਾ ਵੀ ਬਾਅਦ 'ਚ ਦਿੱਤਾ ਗਿਆ, ਕਦੀ 10 ਲੱਖ, ਕਦੀ 20 ਲੱਖ, ਕਦੀ 50 ਲੱਖ ਦਿੱਤਾ ਗਿਆ। ਉਹ ਬੰਦਾ ਕਹਿੰਦਾ ਯਾਰ ਲੈ ਗਿਆ, ਹੁਣ ਮੁੱਖ ਮੰਤਰੀ ਜੀ ਦਾ ਆਰਡਰ ਸੀ ਤੇ ਸਾਨੂੰ ਉੱਥੇ 2 ਕਰੋੜ ਰੁਪਏ ਦਾ ਫਰਨੀਚਰ। ਕਿੱਥੇ ਹੈ ਮੰਤਰੀ, ਫਾਈਨੈਂਸ ਮੰਤਰੀ? ਤੇ ਅੱਜ ਇੰਪਲਾਈਜ਼ ਜਿਹੜੇ ਯੂਨੀਅਨ ਜਿਹੜੇ ਪੈਂਡ ਔਨ ਸਟ੍ਰਾਈਕ ਕਰਦੇ ਨੇ ਜਾ ਕੇ ਸੈਕਟਰੀਏਟ ਦੇ ਵਿੱਚ, ਉਹਨਾਂ ਕੋਲ ਤਨਖਾਹਾਂ ਦੇ ਵਾਸਤੇ ਇਹ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈਗਾ। ਜੇ ਮੈਂ ਕਹਾਂ ਬਟਾਲੇ ਬਲਾਸਟ ਦੇ ਵਿੱਚ ਬੰਦੇ ਮਰ ਗਏ, ਉੱਥੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ, ਇਹਨਾਂ ਨੇ 5-5 ਲੱਖ ਰੁਪਏ ਉਹਨਾਂ ਨੂੰ ਉੱਥੇ ਨਹੀਂ ਦਿੱਤਾ, 10-10 ਲੱਖ ਰੁਪਏ ਉਹਨਾਂ ਨੂੰ ਦਿੱਤਾ। ਇਹਨਾਂ ਦੀ ਐਸ਼ ਪ੍ਰਸਤੀ ਵਾਸਤੇ ਇਹਨਾਂ ਕੋਲ ਬਹੁਤ ਪੈਸਾ ਹੈਗਾ, ਔਰ ਇਹ ਗਲਤ ਔਰ ਝੂਠ ਬੋਲਦੇ ਨੇ ਕਿ ਸਾਡਾ ਖਜ਼ਾਨਾ ਖਾਲੀ ਹੈ। ਮਾਈਨਿੰਗ ਕਿੰਨੀ ਹੋ ਰਹੀ ਹੈ ਨਜਾਇਜ਼, ਤੁਸੀਂ ਦੇਖੋ ਰੋਜ਼ ਦਾ ਕਰੋੜਾਂ ਰੁਪਏ ਇਹਨਾਂ ਕੋਲ ਆ ਰਿਹਾ। ਇਹ ਠੀਕ ਹੈ ਕਿ ਖਜ਼ਾਨੇ 'ਚ ਨਹੀਂ ਜਾ ਰਿਹਾ, ਇਹਨਾਂ ਦਾ ਜੇਬੇ ਭਰ ਰਹੇ ਨੇ। ਜੇ ਮੈਂ ਕਹਾਂ ਬਠਿੰਡਾ ਦੇ ਵਿੱਚ ਉਹ ਲੱਗਾ ਸੀ ਟੈਕਸ, ਕਿਹੜਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਗੁੰਡਾ ਟੈਕਸ ਲੱਗਦੇ ਬਠਿੰਡੇ 'ਚ, ਤੇ ਇਹਨਾਂ ਦੇ ਘਰ ਦੇ ਬੰਦੇ ਇਨਵੋਲਵ ਸੀ। ਇਹ ਕਹਿੰਦੇ ਮੈਂ ਡਰਾਈਵਿੰਗ ਆਪ ਕਰਦਾ ਤੇ ਮੈਂ ਆਪ, ਤੁਸੀਂ ਡਰਾਈਵਿੰਗ ਛੱਡ ਕੇ 10 ਡਰਾਈਵਰ ਰੱਖ ਲਓ, ਮਗਰ ਇਮਾਨਦਾਰੀ ਨਾਲ ਚੱਲੋ। ਤੁਸੀਂ ਕਿਸੇ ਦੀ ਆਓ ਬੰਦੇ ਦੀ ਆਓ ਭਗਤ ਨਹੀਂ ਕਰ ਸਕਦੇ, ਕਿਸੇ ਨੂੰ ਤੁਸੀਂ ਚਾਹ ਦਾ ਕੱਪ ਨਹੀਂ ਪੁੱਛ ਸਕਦੇ। ਤੁਸੀਂ ਆਵੇ ਤਵੇ ਕਰਕੇ ਬੋਲਦੇ ਹੋ, ਧੌਣ ਸਿੱਧੀ ਕਰਕੇ ਤੁਸੀਂ ਬੋਲਦੇ ਹੋ। ਆਹ ਤੁਹਾਡੀ ਤੁਸੀਂ ਇੱਕ ਬਿਆਨ ਦਿੱਤਾ ਸੀ ਬਠਿੰਡੇ ਦੇ ਅੰਦਰ, ਜੇ ਤੁਹਾਨੂੰ ਯਾਦ ਹੋਵੇ ਮਨਪ੍ਰੀਤ ਬਾਦਲ ਜੀ, ਤੁਸੀਂ ਇਹ ਕਹੀ ਸੀ ਇਹ ਗੱਲ ਕਿ ਅਗਰ ਇਹ ਸੀਟ ਹਾਰ ਗਈ ਮੇਰਾ ਰਾਜਨੀਤਿਕ ਕੈਰੀਅਰ ਖਤਮ ਹੋ ਜਾਏਗਾ। ਬਠਿੰਡੇ ਦੇ ਲੋਕਾਂ ਨੂੰ ਇਹ ਗੱਲ ਕਹੀ ਸੀ। ਅੱਜ ਉਹ ਸੀਟ ਹਾਰ ਗਈ, ਛੱਡਦੇ ਹੋ ਸੀਟ, ਕਿਉਂ ਨਹੀਂ ਛੱਡਦੇ ਇਹੋ ਜਿਹੀਆਂ ਚੀਜ਼ਾਂ? ਤੁਸੀਂ ਸੁੱਖ ਭੋਗਦੇ ਹੋ ਔਰ ਲੋਕਾਂ ਨੂੰ ਤੁਸੀਂ ਦੁਖੀ ਕਰਦੇ ਹੋ। ਠੀਕ ਹੈ, ਆ ਤੁਹਾਡੇ ਸਾਹਮਣੇ ਆਪਾਂ ਜਵਾਬ ਲੈ ਲਈਏ ਸੈਕਟਰੀ ਸਾਹਿਬ ਤੋਂ। ਹਾਂਜੀ ਸੈਕਟਰੀ ਸਾਹਿਬ, ਖਜ਼ਾਨਾ ਖਾਲੀ ਹੈ, ਸਾਰੇ ਮਿਨਿਸਟਰ ਵੀ ਕਹਿੰਦੇ ਨੇ, ਤੁਹਾਡੇ ਵਿਧਾਇਕ ਵੀ ਕਹਿੰਦੇ ਨੇ, ਵਰਕਰ ਵੀ ਕਹਿੰਦੇ ਨੇ, ਪਰ ਜਦੋਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਆਮ ਜਨਤਾ ਜ਼ਰੂਰ ਸੋਚਦੀ ਹੈ ਕਿ ਖਜ਼ਾਨਾ ਸਿਰਫ ਸਾਡੇ ਲਈ ਖਾਲੀ ਆ, ਆਪਣੇ ਲਈ ਖਜ਼ਾਨੇ ਭਰੇ ਹੋਏ ਨੇ। ਨਹੀਂ ਦੇਖੋ, ਇਹ ਤੇ ਫੈਕਚੁਅਲ ਪੋਜੀਸ਼ਨ ਹੈ ਹਰਪ੍ਰੀਤ ਜੀ ਕਿ ਖਜ਼ਾਨਾ ਜਿਹੜਾ ਹੈ ਉਹਦੇ 'ਚ ਫਾਈਨੈਂਸ਼ੀਅਲ ਕੰਸਟ੍ਰੇਂਟ ਹੈਗਾ। ਉਹਦਾ ਕਾਰਨ ਵੀ ਸਭ ਨੂੰ ਪਤਾ ਹੈ ਕਿ ਜਿਹੜਾ ਖਜ਼ਾਨਾ ਖਾਲੀ ਹੈ ਜਾਂ ਖਜ਼ਾਨੇ 'ਚ ਘੱਟ ਪੈਸੇ ਆ ਰਹੇ ਨੇ, ਉਹ ਬਿਕੋਜ਼ ਆਫ GST, ਕਿ ਸਾਰਾ ਪੈਸਾ ਜਿਹੜਾ ਟੈਕਸ ਪੰਜਾਬ ਦੇ ਲੋਕ ਦੇ ਰਹੇ ਨੇ ਸਾਰਾ ਦਿੱਲੀ ਚਲੇ ਜਾਂਦਾ GST ਦੇ ਵਿੱਚ, ਉੱਥੋਂ ਫਿਰ ਪੰਜਾਬ ਦਾ ਸ਼ੇਅਰ ਆਉਂਦਾ ਹੈ। ਸੱਚਾਈ ਇਹ ਹੈ ਕਿ ਅਗਸਤ ਤੋਂ ਬਾਅਦ ਹੁਣ ਜਾ ਕੇ ਕਿਸ਼ਤ ਜਿਹੜੀ ਰਿਲੀਜ਼ ਕੀਤੀ ਹੈ, ਜਿਸ ਗਵਰਨਮੈਂਟ ਨੂੰ ਤੁਸੀਂ, ਜਿਸ ਅਦਾਰੇ ਨੂੰ ਤੁਸੀਂ 4 ਮਹੀਨੇ ਪੈਸੇ ਨਾ ਦਿਓਗੇ ਤੇ ਉਹ ਚੱਲੇ ਹੀ ਨਾ, 4 ਮਹੀਨੇ ਸਰਕਾਰ ਚੱਲੀ ਹੈ, ਪੈਸਾ ਤੇ ਆਇਆ ਨਹੀਂ ਦਿੱਲੀ ਤੋਂ। ਇਹ ਹੁਣ ਉਹਨਾਂ 2500 ਕਰੋੜ ਦਿੱਤਾ, ਜਦਕਿ ਹਿੱਸਾ ਜਿਹੜਾ ਵਾ ਜ਼ਿਆਦਾ ਬਣਦਾ, ਇੱਕ ਪੋਰਸ਼ਨ ਦਿੱਤਾ। ਸੋ ਇਹ ਜਿਹੜਾ ਪ੍ਰੋਬਲਮ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਦੇ ਨਾਲ ਇਹ ਮਤਲਬ ਜਿਹੜਾ ਸਟੈਪ ਬਦਲ ਜਿਹੜਾ, ਚਲੋ ਉਸ ਤੇ ਤਾਂ ਮੈਂ ਆ ਜਾਣਾ, ਉਸ ਤੇ ਤਾਂ ਆ ਜਾਣਾ, ਪਰ ਇਹਦਾ ਜਵਾਬ ਜਾਣ ਬੁੱਝ ਕੇ ਇਹਦਾ ਜਵਾਬ ਪੰਜਾਬ ਨੂੰ ਖਰਾਬ ਕਰਨ ਲਈ ਇਹ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਔਰ ਅਕਾਲੀ ਦਲ ਦੀ ਸਰਕਾਰ ਦਿੱਲੀ ਬੈਠੀ ਹੈ, ਉਹ ਜਾਣ ਬੁੱਝ ਕੇ ਪੈਸੇ ਨਹੀਂ ਭੇਜ ਰਹੇ। ਤੇ ਦੂਸਰੀ ਗੱਲ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਕਾਰਾਂ ਲੈ ਰਹੇ ਆ, ਵੀ ਦੇਖੋ ਗੱਲ ਸੁਣੋ, ਜੇ ਕਾਰ 5 ਲੱਖ ਕਿਲੋਮੀਟਰ ਚੱਲ ਗਈ ਜਾਂ ਖਤਮ ਹੋ ਗਈ ਹੈ ਤਾਂ ਉਹਦੀ ਜਗ੍ਹਾ ਨਵੀਂ ਕਾਰ ਤੇ ਆਣੀ ਹੈ, ਚਾਹੇ ਉਹ MLA ਨੂੰ ਚਾਹੀਏ ਚਾਹੇ ਅਫਸਰ ਨੂੰ ਚਾਹੀਏ। ਆਫਟਰ ਆਲ ਜਿਹੜੇ ਲੋਕ ਜਨਤਾ ਦਾ ਕੰਮ ਕਰ ਰਹੇ ਨੇ, ਜੋ ਫੈਸਿਲਿਟੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਦਿੱਤੀ ਜਾਣੀ ਹੈ, ਸਰਕਾਰ ਨੂੰ ਪ੍ਰੋਵਾਈਡ ਕਰਨੀ ਪੈਣੀ ਹੈ।
ਸੈਕਟਰੀ ਸਾਹਿਬ ਮੈਂ ਉਸ ਤੇ ਕਾਰਨ ਤੇ ਆ ਜਾਣਾ, ਪਰ ਮੈਨੂੰ ਨੰਬਰ ਦੋ, ਥੋੜਾ ਜਿਹਾ ਖੁਲਾਸਾ ਜਿਹੜਾ ਕਰੋ ਕਿ ਮਨਪ੍ਰੀਤ ਬਾਦਲ ਸਿੰਘ ਜੀ ਤੁਸੀਂ ਇੱਕ ਤੇ ਅਹਿਮ ਅਹੁਦੇ ਤੇ ਰਹੇ ਹੋ ਇਲਜ਼ਾਮ ਸਰਕਾਰ ਦੇ ਵਿੱਚ, ਦੇਖੋ ਮੈਂ ਕੀ ਇੱਕ ਅਹਿਮ ਅਹੁਦੇ ਤੇ ਰਹਿਣ ਰਾਜਨੀਤੀ ਦੇ ਵਿੱਚ ਆ। ਜੀ 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 ਦੱਸੋ। ਹਾਂਜੀ, ਔਰ ਮਨਪ੍ਰੀਤ ਜੀ ਨੂੰ ਮੈਂ ਦੇਖਦਾ ਹੈ ਕਿ ਕਈ ਵਾਰ ਮੈਂ ਪੰਜਾਬ ਆਉਣ ਜਾਂਦਾ ਹੈ, ਉੱਥੇ ਚਲੋ ਕਦੀ ਚੰਡੀਗੜ੍ਹ ਜਾ ਕੇ ਮਹੀਨੇ 2 ਮਹੀਨੇ ਇੱਕ ਵਾਰੀ ਰਹਿਣਾ ਪੈਂਦਾ ਹੈ, ਤੇ ਮਨਪ੍ਰੀਤ ਤੇ ਆਪਣੀ ਉਹ ਜਿਹੜੀ ਸੈਕੰਡ ਹੈਂਡ ਜੀਪ ਹੁੰਦੀ ਹੈ ਉਸ ਜੀਪ 'ਚ ਆਉਂਦਾ ਔਰ ਆਪ ਹੀ ਚਲਾਉਂਦਾ ਹੁੰਦਾ ਹੈ। ਮੈਂ ਤੇ ਦੇਖਿਆ ਇਜ਼ ਕੁਆਇਟ ਸਿੰਪਲ। ਮੈਂ ਕਈ ਵਾਰੀ ਪੁੱਛਿਆ, ਮੈਂ ਕਿਹਾ ਯੂ ਆਰ ਏ ਮਿਨਿਸਟਰ, ਜੋ ਤੁਹਾਡਾ ਪ੍ਰੋਰੋਗੇਟਿਵ ਬਣਦਾ ਉਹ ਗੱਡੀ 'ਚ ਆਇਆ ਕਰੋ ਜਾਂ ਆਪਣੀ ਸਿਕਿਉਰਿਟੀ ਲਾਇਆ ਕਰੋ ਨਾਲ, ਪਰ ਕਹਿੰਦਾ ਨਹੀਂ ਮੈਂ ਚੰਡੀਗੜ੍ਹ 'ਚ ਇਹਦੇ 'ਚ ਗੁਜ਼ਾਰਾ ਸੈਕਟਰੀ ਸਾਹਿਬ ਇਹ ਜਿਹੜੇ ਐਲੀਗੇਸ਼ਨ ਲੱਗੇ ਨੇ, ਇਹ ਜਿਹੜੇ ਖੁਲਾਸੇ ਹੋਏ ਨੇ, ਇਹ ਕਿਸੇ ਪਾਰਟੀ ਦੇ ਨਹੀਂ ਨੇ, ਇਹ ਆਰਟੀਆਈ ਪਾਈ ਗਈ ਸੀ, ਜਿਹਦੇ ਵਿੱਚ ਸਾਫ਼ ਹੋਇਆ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਆਪਣੇ 5 ਕਮਰਿਆਂ ਵਾਲੀ ਕੋਠੀ ਦੇ ਵਿੱਚ 27 에ਅਰ ਕੰਡੀਸ਼ਨਰ 14 ਗੀਜ਼ਰ ਲਗਾਏ ਹੋਏ ਨੇ, ਲੱਖਾਂ ਰੁਪਏ ਦੇ ਆਏ ਨੇ ਔਰ ਲੱਖਾਂ ਰੁਪਏ ਦਾ ਬਿਜਲੀ ਦਾ ਬਿੱਲ ਵੀ ਆਂਦਾ। ਫਿਰ ਸਿੰਪਲਸਿਟੀ ਕਿੱਥੇ ਹੈ ਤੁਹਾਡੀ? ਦੇਖੋ ਮੇਰੀ ਗੱਲ ਸੁਣੋ, ਉਹ ਕੋਠੀ ਦੇ ਵਿੱਚ ਕਿੰਨੇ ਏਸੀ ਲੱਗਣੇ ਆ, ਕਿੰਨੇ ਗੀਜ਼ਰ ਲੱਗਣੇ ਆ, ਇਹ ਮਨਪ੍ਰੀਤ ਬਾਦਲ ਦਾ ਮੰਤਰੀ ਦਾ ਕੰਮ ਨਹੀਂ ਹੁੰਦਾ। ਇਹ ਉੱਥੋਂ ਦੇ ਜਿਹੜੇ PWD ਜਾਂ ਜਿਹੜਾ ਕੰਸਰਨ ਡਿਪਾਰਟਮੈਂਟ ਆ ਉਹਨੇ ਦੇਖਣਾ ਹੁੰਦਾ। ਮਨਪ੍ਰੀਤ ਬਾਦਲ ਤੇ ਉੱਥੇ ਰਹਿਣ ਗਿਆ ਔਰ ਉੱਥੇ ਰਹਿ ਰਿਹਾ ਸਰਕਾਰੀ ਕੋਠੀ ਹੈ, ਸਰਕਾਰੀ ਕੋਠੀ ਦੇ ਵਿੱਚ ਜੇ ਮੰਤਰੀ ਰਹਿੰਦਾ ਹੈ ਤੇ ਮੰਤਰੀ ਨੂੰ ਦਿਖ ਨਹੀਂ ਰਿਹਾ ਕਿ ਕਮਰੇ 'ਚ ਕਿੰਨੇ ਏਸੀ ਲੱਗ ਰਹੇ ਨੇ, ਤੇ ਕੀ ਇਹ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਫालतू ਖਰਚਾ ਘਟਾਇਆ ਜਾਵੇ? ਵੈਸੇ ਤਾਂ ਉਹ ਚਾਹ ਦਾ ਕੱਪ ਵੀ ਨਹੀਂ ਪਿਆਉਂਦੇ, ਕਹਿੰਦੇ ਫालतू ਖਰਚਾ ਹੈ। ਇਹ ਫालतू ਖਰਚੇ ਨਹੀਂ ਦਿਖਦੇ ਉਹਨਾਂ ਨੂੰ? ਓਹੋ ਭਾਈ ਸਾਹਿਬ ਮੇਰੀ ਗੱਲ ਸੁਣੋ ਜੀ। ਹਰਪ੍ਰੀਤ ਜੀ ਮੇਰੀ ਗੱਲ ਸੁਣੋ ਜੀ ਜ਼ਰੂਰ। ਇੱਕ ਕਮਰੇ ਦਾ ਸਾਈਜ਼ ਆ ਜਿੱਥੇ 1 ਏਸੀ ਚਾਹੀਦਾ ਹੈ, ਇੱਕ ਕਮਰੇ ਦਾ ਸਾਈਜ਼ ਆ ਜਿੱਥੇ 2 ਏਸੀ ਚਾਹੀਦੇ ਨੇ, ਇੱਕ ਕਮਰੇ ਦਾ ਸਾਈਜ਼ ਆ ਜਿੱਥੇ 8 ਏਸੀ ਚਾਹੀਦੇ ਨੇ। ਇਹ ਤੇ ਟੈਕਨੀਕਲ ਬੰਦਿਆਂ ਨੇ ਦੱਸਣਾ ਨਾ ਕਿੱਥੇ ਕਿੰਨੇ ਏਸੀ ਚਾਹੀਦੇ। ਆਪਾਂ ਉਹ ਮਿਨਿਸਟਰ ਨੂੰ ਕਿਸ ਤਰ੍ਹਾਂ ਇਸ ਕੰਮ 'ਚ ਇਨਵੋਲਵ ਕਰ ਸਕਦੇ ਆ ਕਿ ਮਿਨਿਸਟਰ ਨੇ ਕਿਹਾ ਹੋਗਾ 27 ਏਸੀ ਲਗਾ ਦੇ? ਫਿਰ ਤਾਂ ਕਾਰ ਵੀ ਨਹੀਂ, ਮੈਂ ਇੱਕ ਗੱਲ ਦੱਸਾਂ ਨਾ ਜੀ, ਫਿਰ ਸੈਕਟਰੀ ਸਾਹਿਬ ਕੁਐਸਚਨ ਜਿਹੜਾ ਏਰੀਆ ਵਾ ਉਹਦੇ ਏਰੀਆ ਦੇ ਹਿਸਾਬ ਨਾਲ ਸਰਕਾਰੀ ਕੋਠੀ 'ਚ ਕੀ ਲੱਗਣਾ ਹੈ, ਕਿੰਨੇ ਬਲਬ ਲੱਗਣੇ, ਕਿੰਨੇ ਏਸੀ ਲੱਗਣੇ। ਸਾਹਿਬ ਮੈਨੂੰ ਤਾਂ ਘੱਟ ਨੌਲੇਜ ਹੈ, ਮੈਨੂੰ ਇੰਨਾ ਪਤਾ ਨਹੀਂ ਹੈ, ਤੁਹਾਨੂੰ ਜ਼ਿਆਦਾ ਪਤਾ ਹੋਣਾ। ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਐਡੇ ਵੱਡੇ ਕਮਰੇ ਵੀ ਹੁੰਦੇ ਕਿ ਜਿੱਥੇ 8-8 ਏਸੀਆਂ ਦੀ ਲੋੜ ਹੋਵੇ। ਉਸ ਕੋਠੀ 'ਚ ਇੱਕ ਹਾਲ ਹੈ ਤੇ ਬਾਕੀ ਜਿਹੜੇ ਬੈਡਰੂਮ ਹੁੰਦੇ ਜਿਸ ਤਰ੍ਹਾਂ ਉਸ ਤਰ੍ਹਾਂ ਦੇ ਆ। ਮੇਰੀ ਗੱਲ ਸੁਣੋ, 8 ਏਸੀ ਜਿਹੜੇ ਆ ਮੈਂ ਤਾਂ ਬੰਦਾ ਹੀ ਨਹੀਂ ਹੋ ਸਕਦੇ ਕਮਰੇ 'ਚ। ਫਿਰ ਤੁਸੀਂ ਉਹ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਨਾ ਸਰ ਕਿ 8-8 ਕਮਰੇ ਏਸੀਆਂ ਦੀ ਲੋੜ ਹੁੰਦੀ ਹੈ। ਚਲੋ ਮੈਨੂੰ ਮੈਂ ਅੱਗੇ ਵਧਾਂ। ਤੁਸੀਂ 5-6 ਕਮਰਿਆਂ ਦੀ ਗੱਲ ਕੀਤੀ ਕਿ 5-6 ਕਮਰਿਆਂ 'ਚ 2-2 ਏਸੀ ਵੀ ਚਾਹੀਦੇ ਹੁੰਦੇ ਨੇ। 2-2 ਛੱਡੋ, 3-3 ਵੀ ਲਾ ਲਈਏ ਤਾਂ ਵੀ ਇੰਨੀ ਗਿਣਤੀ ਨਹੀਂ ਬਣਦੀ ਜਿੰਨੀ ਗਿਣਤੀ ਏਸੀਆਂ ਦੀ ਆਈ ਹੈ। ਮੈਂ ਅੱਗੇ ਵਧਾਂ, ਮੈਂ ਦੁਬਾਰਾ ਤੁਹਾਡੇ ਕੋਲ ਆ ਜਾਵਾਂਗਾ। ਸਾਧੂ ਸਿੰਘ ਬਰਾੜ ਵੀ ਸਾਡੇ ਨਾਲ ਮੌਜੂਦ ਨੇ, ਪਹਿਲਾਂ ਇਹਨਾਂ ਤੋਂ ਮੈਂ ਰਿਐਕਸ਼ਨ ਲੈ ਲਾਂ। ਬਰਾੜ ਸਾਹਿਬ, ਜਿਹੜੀ ਗੱਲ ਸੈਕਟਰੀ ਸਾਹਿਬ ਕਹਿ ਰਹੇ ਨੇ ਕਿ ਇਹ ਜੇ ਕੋਠੀ ਦੇ ਵਿੱਚ ਏਸੀ ਲੱਗੇ ਨੇ, ਗੀਜ਼ਰ ਲੱਗੇ ਨੇ, ਤੇ ਮੰਤਰੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੋ ਸਰਵਿਸ ਪ੍ਰੋਵਾਈਡਰ ਹੈ ਉਹਨੇ ਦੇਖਣਾ ਹੈ ਕਿ ਇਸ ਨੂੰ ਕਿੱਥੇ ਕਿੰਨੀ ਚੀਜ਼ ਦੀ ਜ਼ਰੂਰਤ ਹੈ। ਖੈਰ ਮੈਂ ਨਿੱਜੀ ਤੌਰ ਤੇ ਜਾਣਾ ਠੀਕ ਨਹੀਂ ਸਮਝਦਾ ਜੀ, ਲੇਕਿਨ ਜਿਹੜਾ ਨਾ ਇਸ ਚੀਜ਼ ਤੋਂ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ। 22 24 ਏਸੀ ਲਾਣਾ, 27 ਏਸੀ ਲਾਣਾ ਕੋਈ ਮੈਨੇ ਮਤਲਬ ਇਹ ਤੁਕ ਨਹੀਂ ਬਣਦੀ, ਕੋਈ ਨਾ ਹੀ ਜਸਟੀਫਿਕੇਸ਼ਨ ਹੈ। ਮੈਂ ਕਿਸੇ ਦੇ ਨਿੱਜੀ ਤੌਰ ਤੇ ਇੱਕ ਦੇ ਨਹੀਂ ਜਾਂਦਾ, ਹੋ ਸਕਦਾ ਬਾਕੀਆਂ ਦੇ ਵੀ ਇੰਨੇ ਹੋਣ ਜਾਂ ਕਿੰਨੇ ਹੋਣ, ਪਰ ਇਹਨਾਂ ਨੂੰ ਉਸੇ ਤਰ੍ਹਾਂ ਮੈਨੂੰ ਯਾਦ ਆ ਸਤਪਾਲ ਡਾਂਗ ਜਦੋਂ ਜਨਤਾ ਦਲ ਦੀ ਗਵਰਨਮੈਂਟ ਆਈ ਪੰਜਾਬ ਦੇ ਵਿੱਚ, ਉਹ ਬੰਦੇ ਐਡੇ ਸਿੰਪਲਿਸਿਟੀ ਨਾਲ ਰਹਿੰਦੇ ਸੀਗੇ ਕਿ ਕਾਰ ਦੇ ਨਾਲ ਜੇ ਉਹ ਇੱਕ ਬੰਦਾ ਵੱਧ ਤੋਂ ਵੱਧ ਗਨਮੈਨ ਹੁੰਦਾ ਸੀ ਉਹ ਵੀ ਛੱਡ ਦਿੰਦੇ ਸੀ। ਉਹ ਕਹਿੰਦੇ ਸੀ ਵੀ ਠੀਕ ਆ, ਸਾਨੂੰ ਕਿਸੇ ਤੋਂ ਕੀ ਡਰ ਹੈ। ਸੋ 22 27 ਏਸੀ ਲਾਉਣਾ ਇਹ ਚੁੱਕ ਨਹੀਂ, ਪਰ ਮੈਂ ਨਿੱਜੀ ਤੌਰ ਤੇ ਇਸ ਗੱਲ ਵੱਲ ਬਹੁਤਾ ਨਹੀਂ ਜਾਣਾ ਚਾਹੁੰਦਾ। ਮੈਂ ਚਾਹੁੰਦਾ ਇਹ ਕਹਿੰਦੀ ਹੈ ਵੀ ਸਾਡਾ ਖਜ਼ਾਨਾ ਖਾਲੀ ਹੈ। ਅਕਾਲੀ ਜਿਹੜੀ ਪਿਛਲੀ ਸਰਕਾਰ ਸੀ ਉਹ ਖਾਲੀ ਕਰ ਗਈ। ਹੁਣ ਤੁਹਾਨੂੰ 3 ਸਾਲ ਹੋ ਗਏ। 3 ਸਾਲਾਂ 'ਚ ਤੁਹਾਡੇ ਖਜ਼ਾਨੇ ਦੇ ਵਿੱਚ ਘੱਟੋ ਘੱਟ ਜਿਹੜੀ ਆਮਦਨ ਹੈ ਉਹ 15-20% ਹਰ ਸਾਲ ਵਧਣੀ ਚਾਹੀਦੀ ਹੈ। ਜਿਹੜੀ ਤੁਹਾਡੇ ਖਾਸ ਕਰਕੇ ਸ਼ਰਾਬ ਤੋਂ, ਜਿਹੜੀ ਹੈ ਰਜਿਸਟਰੀ ਤੋਂ, ਰੇਤ ਬਜਰੀ ਤੋਂ, ਇਹ 4-5 ਆਈਟਮਾਂ ਜਿਹੜੀਆਂ ਇਹਦੇ ਚੋਂ ਮੈਨੂੰ ਯਾਦ ਹੈ ਇੱਕ ਵਾਰੀ ਬੇਅੰਤ ਸਿੰਘ ਦੇ ਟਾਈਮ 'ਚ ਕਿਸੇ ਕਮਿਸ਼ਨਰ ਨੂੰ ਬੇਅੰਤ ਸਿੰਘ ਨੇ ਕਿਹਾ ਕਿ ਜੀ ਮੈਂ ਲੁਧਿਆਣੇ ਦੇ ਠੇਕੇ ਦੇਣੇ, ਤੇ ਮੈਂ ਕੋਲ ਬੈਠਾ ਸੀ ਤਾਂ ਮੈਨੂੰ ਕਹਿਣ ਲੱਗਾ ਵੀ ਚੀਫ ਮਿਨਿਸਟਰ ਕਹਿੰਦਾ ਦੇਣੇ ਤਾਂ ਪੈਣੇ ਆ, ਲੇਕਿਨ ਉਹਨੇ ਇਹ ਕਹਤਾ ਜੀ ਮੈਂ ਤਾਂ 20% ਇਨਕਰੀਜ਼ ਲੈਣੀ ਹੈ, ਜਿਹੜਾ ਮਰਜ਼ੀ ਲੈ ਲੇ। ਉਹ ਕਹਿੰਦਾ ਕੋਈ ਗੱਲ ਨਹੀਂ 20% ਮਿਲ ਜੂ, ਵੀ ਤਾਂ ਮਾਮੂਲੀ ਗੱਲ ਹੈ। ਸ਼ਰਾਬ ਦੇ ਵਿੱਚੋਂ 20% ਇਨਕਰੀਜ਼ ਹੋਣਾ ਹਰ ਸਾਲ ਇਹ ਮਾਮੂਲੀ ਗੱਲ ਹੈ। ਰਜਿਸਟਰੀਆਂ 'ਚੋਂ ਮੰਦੀ ਆ ਗਈ, ਚਲੋ ਮੰਨਿਆ ਉਹ ਸੀ,
ਲੇਕਿਨ ਇਹਦੇ ਵਿੱਚੋਂ ਇੰਨੀ ਵੀ ਨਹੀਂ ਆਈ ਕਿ ਉਹ ਘਟਣਾ ਸ਼ੁਰੂ ਹੋ ਜਾਏ। ਰੇਤ ਬਜਰੀ ਦੇ ਵਿੱਚੋਂ ਇਹ ਦਾਅਵੇ ਕਰਦੇ ਸੀ ਅਸੀਂ 1000 ਕਰੋੜ ਰੁਪਈਆ 900 ਕਰੋੜ ਕਮਾਉਣਾ ਜਾਂ ਕੁਛ ਹੈ, ਉਹਦੇ ਚੋਂ ਮੇਰੇ ਖਿਆਲ 30-40 ਕਰੋੜ ਰੁਪਈਆ ਵੀ ਨਹੀਂ ਆਇਆ। ਇਹ ਤੁਸੀਂ ਇਹ ਚੀਜ਼ਾਂ, ਹਾਂ ਜੇ ਖਜ਼ਾਨਾ ਭਰੋ, ਖਜ਼ਾਨਾ ਭਰਨ ਤੋਂ ਬਾਅਦ ਖਰਚੇ ਕਰ ਲਓ, ਕੋਈ ਹਰਜ ਨਹੀਂ। ਵਿਧਾਇਕਾਂ ਨੂੰ ਗੱਡੀਆਂ ਵੀ ਨਵੀਆਂ ਲੈ ਕੇ ਦਿਓ, ਬੇਸ਼ੱਕ ਜਿੰਨੇ ਖਰ ਹੁਣ ਐਡਵਾਈਜ਼ਰ ਰੱਖੇ ਜਾਂ ਕੁਛ ਉਹਦੀ ਵੀ ਲੋੜ ਨਹੀਂ ਹੁੰਦੀ, ਪਰ ਜਿਹੜੇ ਲੋੜ ਹੈ ਉਹ ਰੱਖਣੇ ਉਹ ਵੀ ਜ਼ਰੂਰੀ ਹੁੰਦੇ ਆ। ਰੱਖੋ ਜੀ, ਸਦ ਕੇ ਰੱਖਣ, ਪਰ ਇੱਕ ਚੀਜ਼ ਦੇ ਖਿਆਲ ਰੱਖਣਾ ਚਾਹੀਦਾ ਹੈ ਕਿ ਸਿਰਫ ਖਰਚਿਆਂ ਵੱਲ ਧਿਆਨ ਨਾ ਹੋਵੇ, ਆਮਦਨ ਵੱਲ ਵੀ ਧਿਆਨ ਹੋਣਾ ਚਾਹੀਦਾ, ਉੱਥੇ ਚੋਰੀ ਨਾ ਹੋਵੇ। ਉਹ ਤਾਂ ਘੱਟੋ ਘੱਟ ਆਵੇ। ਹੁਣ GST ਦਾ ਰੌਲਾ ਪਾਉਂਦੇ ਆ, ਇਹਨਾਂ ਨੇ ਵੀ ਹੁਣ ਕਿਹਾ GST ਹੁਣ ਤੁਹਾਨੂੰ ਪਹਿਲਾਂ ਡਿਊ ਸੀ 2 ਮਹੀਨਿਆਂ ਦਾ ਮਿਲ ਗਿਆ ਤੁਹਾਨੂੰ, ਉਹ ਤਾਂ ਪੈਸੇ ਆ ਗਏ। ਘੱਟ ਰਿਕਵਰੀ ਹੋਈ ਹੈ ਪੰਜਾਬ ਦੇ ਵਿੱਚੋਂ, ਸਭ ਤੋਂ ਘੱਟ ਰਿਕਵਰ ਕਰਨ ਵਾਲਾ ਰਿਕਵਰ ਹੈ ਉਹ। ਹੁਣ ਜਿਹੜਾ 2 ਮਹੀਨਿਆਂ ਦੀ ਇਹਨਾਂ ਦੀ ਡਿਊ, ਬਾਕੀ ਸਟੇਟਾਂ ਦਾ ਵੀ ਡਿਊ ਹੈ, ਲੇਕਿਨ 2022 ਚ ਜਿਹੜਾ ਤੁਹਾਨੂੰ ਕੰਪਨਸੇਸ਼ਨ ਮਿਲਣਾ, ਕੰਪਨਸੇਸ਼ਨ ਇਹ ਇਹਨਾਂ ਦਾ ਹਿੱਸਾ ਨਹੀਂ ਹੈ। ਇਹ ਇਹਨਾਂ ਨਾਲ ਵਾਅਦਾ ਹੋਇਆ ਸੀ ਕਿ 5 ਸਾਲ ਤੱਕ ਅਸੀਂ, ਜੇ ਤੁਹਾਡਾ ਰੈਵਨਿਊ ਘਟੇਗਾ ਤਾਂ ਅਸੀਂ ਪੂਰਾ ਕਰਾਂਗੇ, ਉਹਦਾ ਹਿੱਸਾ ਦੇ ਰਹੇ ਹੋ। ਉਹ ਹੁਣ 2022 ਤੱਕ ਮਿਲਣਾ, ਉਦੋਂ ਬਾਅਦ ਕੀ ਕਰੋਗੇ ਤੁਸੀਂ ਆਪਣਾ? ਜੇ ਤੁਹਾਡਾ ਇਤਕੀ ਕਹਿੰਦੇ ਡਬਲ ਹੋ ਜਾਣਾ, ਜਿਹੜਾ ਕੰਪਨਸੇਸ਼ਨ ਨਹੀਂ ਆਇਆ ਤਾਂ ਹਾਲਾਤ ਆਰਥਿਕ ਮੰਦਹਾਲੀ ਵਾਲੇ ਬਣ ਗਏ, ਐਮਰਜੈਂਸੀ ਵਾਲੇ ਬਣ ਗਏ। ਜਦੋਂ ਬੰਦ ਹੋ ਗਿਆ ਤਾਂ ਫਿਰ ਕੀ ਹੋਏਗਾ? ਜੇ 2000 ਕਰੋੜ ਰੁਪਈਆ ਇਹਨਾਂ ਦਾ ਹੁਣ ਬਣਦਾ ਸੀ ਨਾ, ਜਿਹੜਾ ਨੈਕਸਟ ਹੋਣਾ 4000 ਕਰੋੜ ਬਣ ਜਾਣਾ 2 ਮਹੀਨਿਆਂ ਦਾ। ਜੀ ਜੀ, ਲੈ ਇਸ ਕਰਕੇ ਹੁਣ ਜਿਹੜਾ ਤੁਹਾਡਾ ਇੰਨਾ ਰੈਵਨਿਊ ਘਟ ਰਿਹਾ ਹੈ, ਮੁੜ ਕੇ ਕੀ ਕਰੋਗੇ 2022 ਤੋਂ ਬਾਅਦ? ਠੀਕ ਹੈ, ਮੈਂ ਅੱਗੇ ਵਧਦਾ। ਇੱਕ ਗੱਲ ਦਰਸ਼ਕਾਂ ਨੂੰ ਯਾਦ ਕਰਾ ਦਈਏ ਕਿ ਸਿੰਬੋਲਿਕ ਚੀਜ਼ਾਂ ਨੇ। ਅਸੀਂ ਇਹ ਨਹੀਂ ਕਿ ਏਸੀਆਂ ਦੇ ਪਿੱਛੇ ਜਾਂ ਗੀਜ਼ਰਾਂ ਦੇ ਪਿੱਛੇ ਡਿਬੇਟ ਕਰ ਰਹੇ ਹਾਂ। ਸਿੰਬੋਲਿਕ ਇਹ ਹੈ ਕਿ ਜਦੋਂ ਅਸੀਂ ਆਮ ਜਨਤਾ ਮੁਲਾਜ਼ਮਾਂ ਨੂੰ ਇਹ ਕਹਿੰਦੇ ਆ ਕਿ ਸਾਡੇ ਕੋਲ ਪੈਸੇ ਨਹੀਂ ਹੈ ਤਨਖਾਹਾਂ ਦੇਣ ਦੇ ਲਈ, ਸਾਡੇ ਕੋਲ ਪੈਸੇ ਨਹੀਂ ਹੈ ਪੈਨਸ਼ਨਾਂ ਦੇਣ ਦੇ ਲਈ, ਸਾਡੇ ਕੋਲ ਤਨਖਾਹਾਂ ਨਹੀਂ ਹੈ ਨਵੀਆਂ ਭਰਤੀਆਂ ਦੇ ਲਈ, ਪਰ ਦੂਜੇ ਪਾਸੇ ਜਦੋਂ ਅਸੀਂ ਅਜਿਹੇ ਛੋਟੇ-ਛੋਟੇ ਖਰਚੇ ਕਰਦੇ ਹਾਂ ਤਾਂ ਫਿਰ ਲੋਕਾਂ ਦੇ ਮਨ ਦੇ ਵਿੱਚ ਇਹ ਗੱਲਾਂ ਜ਼ਰੂਰ ਆਉਂਦੀਆਂ ਨੇ ਕਿ ਸਾਡੇ ਤਾਂ ਤਨਖਾਹਾਂ ਦੇਣ ਦੇ ਪੈਸੇ ਨਹੀਂ ਹੈ ਤੇ ਤੁਸੀਂ ਆਪਣੀ ਐਸ਼ ਪ੍ਰਸਤੀ ਲਈ ਸਭ ਕੁਝ ਕਰ ਰਹੇ ਹੋ। ਇਸ ਕਰਕੇ ਇਹ ਵਿਚਾਰ ਚਰਚਾ ਅੱਗੇ ਵਧਾਈ ਜਾ ਰਹੀ ਹੈ। ਅਮਰਜੀਤ ਸਿੰਘ ਵਾਲੀਆ ਸਾਹਿਬ, ਤੁਸੀਂ ਅਫਸਰ ਰਹੇ ਹੋ ਔਰ ਮੈਨੂੰ ਇਹ ਦੱਸੋ, ਇਹ ਜਿਹੜੇ ਐਲੀਗੇਸ਼ਨ ਲੱਗਦੇ ਹੀ ਰਹਿੰਦੇ ਨੇ ਆਮ ਤੌਰ ਤੇ, ਸਾਰੇ ਹੀ ਇਹ ਕਹਿੰਦੇ ਨੇ ਸਿਆਸਤਦਾਨ, ਭਾਵੇਂ ਸਰਕਾਰ ਜਿਹਦੀ ਮਰਜ਼ੀ ਹੋਵੇ, ਕਿ ਖਜ਼ਾਨੇ ਤੇ ਬੜਾ ਵਿੱਤੀ ਬੋਝ ਹੈਗਾ, ਖਜ਼ਾਨਾ ਖਾਲੀ ਹੈ, ਇਸ ਕਰਕੇ ਅਸੀਂ ਨਾ ਤਾਂ ਤਨਖਾਹਾਂ ਦੇ ਸਕਦੇ ਹਾਂ, ਨਾ ਜਿਹੜੀਆਂ ਸੁੱਖ ਸਹੂਲਤਾਵਾਂ ਨੇ ਆਮ ਲੋਕਾਂ ਨੂੰ ਮਿਲਣੀਆਂ ਉਹਨਾਂ ਤੇ ਕਟੌਤੀਆਂ ਹੋ ਹੀ ਜਾਂਦੀਆਂ ਨੇ। ਇਹ ਨਾਰਮਲ ਜੀ ਗੱਲ ਲੱਗਦੀ ਹੈ ਤੁਹਾਨੂੰ, ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਬਚਾਅ ਕੀਤਾ ਜਾ ਸਕਦਾ, ਜਾਂ ਇਹਨਾਂ ਨਾਲ ਕੋਈ ਫਰਕ ਪੈਂਦਾ ਵੀ ਹੈ? ਨਹੀਂ, ਇਹ ਕੋਈ ਨਾਰਮਲ ਗੱਲ ਨਹੀਂ ਹੈ ਤੇ ਸਰਕਾਰ ਦੀਆਂ ਜਿਹੜੀਆਂ ਪ੍ਰਾਇਰਟੀਜ਼ ਹੈ ਉਹ ਗਲਤ ਹੈ। ਇਹਨਾਂ ਦਾ ਹਿਸਾਬ ਤਾਂ ਉਹ ਹੈ, ਇੱਕ ਅਖੌਤ ਹੈ ਪੰਜਾਬੀ ਦੀ, ਚੋਰਾਂ ਨੂੰ ਕਹਿੰਦੇ ਚੋਰੀ ਕਰੋ ਤੇ ਘਰਦਿਆਂ ਨੂੰ ਕਹਿੰਦੇ ਜਾਗਦੇ ਰਹੋ। ਆਪਣੇ ਰੌਲਾ ਇਹ ਪਾਉਂਦੇ ਆ ਕਿ ਖਜ਼ਾਨਾ ਖਾਲੀ ਹੈ, ਪਰ ਸਾਰੇ ਮੰਤਰੀ ਰਲ ਕੇ ਸਰਕਾਰ ਨੂੰ ਲੁੱਟਣ ਲੱਗੇ ਹੋਏ, ਕਰੋੜਾਂ ਰੁਪਏ ਦਾ ਚੂਨਾ ਲਾ ਰਹੇ ਹੈ। ਹੁਣ ਮਨਪ੍ਰੀਤ ਜੀ ਦੀ ਗੱਲ ਕਰ ਰਹੇ ਸੀ, ਉਹਨਾਂ ਦਾ ਗੁਜ਼ਾਰਾ ਕੀ 4-5 ਏਸੀ ਨਾਲ ਨਹੀਂ ਹੋ ਸਕਦਾ? ਜੇ ਉਹ ਇੰਨੀ ਪੋਜੀਸ਼ਨ ਖਰਾਬ ਹੈ ਤਾਂ ਆਪਦੇ ਖਰਚੇ ਕਿਉਂ ਨਹੀਂ ਘਟਾਉਂਦੇ? ਗੀਜ਼ਰ ਉਹ 2 ਜਾਂ 3 ਨਾਲ ਕਿਉਂ ਨਹੀਂ ਗੁਜ਼ਾਰਾ ਕਰਦੇ? ਪਰ ਉਹ ਮੰਤਰੀਆਂ ਵਾਲੀ ਝੂਠੀ ਸ਼ਾਨ ਨਹੀਂ ਰਹਿੰਦੀ ਹੈ, ਸਿਰਫ ਉਹ ਲੋਕ ਦਿਖਾਵਾ ਹੈ ਕਿ ਜੀ ਮੈਂ ਸਿੰਪਲ ਹਾਂ, ਜੀ ਮੈਂ ਇਹ ਹਾਂ ਉਹ ਹਾਂ। ਉਹ ਆਮ ਕਹਿੰਦੇ ਹੈ ਕਿ ਸਬਸਿਡੀਜ਼ ਬੰਦ ਹੋਣੀਆਂ ਚਾਹੀਦੀਆਂ ਨੇ ਜੀ, ਆਪ ਉਹ ਸਾਰੀਆਂ ਸਬਸਿਡੀਜ਼ ਅਵੇਲ ਕਰ ਰਹੇ ਹੈ। ਕੋਈ ਇਹੋ ਜਿਹੀ ਸਬਸਿਡੀ ਹੈ ਜਿਹੜੀ ਉਹਨਾਂ ਨੇ ਮੰਨ ਲਓ ਪਬਲਿਕ ਇੰਟਰਸਟ ਦੇ ਵਿੱਚ ਛੱਡੀ ਹੋਵੇ? ਇਹ ਹੁਣ ਗੱਡੀਆਂ SUVs ਲੈ ਕੇ ਦੇ ਰਹੇ ਹਨ ਨਵੀਆਂ ਵਿਧਾਇਕਾਂ ਨੂੰ, ਕੁਝ ਮੰਤਰੀਆਂ ਨੂੰ ਵੀ ਜੀ। ਆਫੀਸ਼ੀਅਲੀ ਇੱਕ ਗੱਡੀ ਦੀ ਸੈਟਿਸਫੈਕਟਰੀ ਲਾਈਫ 15 ਸਾਲ ਹੈ ਤੇ ਇਹਨਾਂ ਨੂੰ 5 ਸਾਲ 6 ਸਾਲ 7 ਸਾਲ ਬਾਅਦ ਚੇਂਜ ਕਿਉਂ ਕੀਤੀਆਂ ਜਾਣ? ਕਿ ਇਹ ਨਾਰਮ ਚੇਂਜ ਨਹੀਂ ਕੀਤੇ ਜਾ ਸਕਦੇ? ਪਬਲਿਕ ਇੰਟਰਸਟ ਜਦੋਂ ਤੁਸੀਂ ਕਹਿੰਦੇ ਹੋ ਸਾਡੀ ਪੋਜੀਸ਼ਨ ਟਾਈਟ ਹੈ, ਤੁਸੀਂ ਇਹੀ ਕਹਿ ਦਿਓ ਕਿ 10 ਸਾਲ ਹੈ ਅਸੀਂ 12 ਸਾਲ ਬਾਅਦ ਚੇਂਜ ਕਰਾਂਗੇ, 15 ਸਾਲ ਬਾਅਦ ਚੇਂਜ ਕਰਾਂਗੇ। ਬਿਲਕੁਲ ਬਿਲਕੁਲ, ਕਿਉਂਕਿ ਇੱਕ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਰਥਿਕ ਮੰਦਹਾਲੀ ਬਹੁਤ ਹੈ, ਫਿਰ ਉਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਉਸ ਆਰਥਿਕ ਮੰਦਹਾਲੀ ਦੇ ਵਿੱਚ ਸਿਰਫ ਮੁਲਾਜ਼ਮ ਹੀ ਕਿਉਂ ਆਵੇ, ਉਸ ਦੇ ਵਿੱਚ ਅਧਿਆਪਕ ਹੀ ਕਿਉਂ ਆਣ, ਉਹਦੇ ਵਿੱਚ ਮੰਤਰੀ ਤੇ ਵਿਧਾਇਕ ਕਿਉਂ ਨਾ ਆਣ ਉਸ ਮੰਦਹਾਲੀ ਦੇ ਵਿੱਚ? ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ। ਇਕਬਾਲ ਸਿੰਘ ਜੀ, ਵਾਰ-ਵਾਰ ਇਹ ਕਿਹਾ ਜਾਂਦਾ ਕਿ ਵਿਰੋਧੀ ਧਿਰਾਂ ਨੇ ਸਿਰਫ ਸਿਆਸਤ ਕਰਨੀ ਹੁੰਦੀ ਹੈ, ਪਰ ਜਿਹੜੀ ਆਰਥਿਕ ਮੰਦਹਾਲੀ ਆ ਉਸ ਤੋਂ ਅਸੀਂ ਦਰਕਨਾਰ ਨਹੀਂ ਹੋ ਸਕਦੇ। ਪਰ ਇੱਕ ਵੱਡਾ ਸਵਾਲ ਇਹ ਵੀ ਹੈਗਾ ਨਾ, ਅਸੀਂ GST ਦੀ ਗੱਲ ਤਾਂ ਕਰ ਰਹੇ ਹਾਂ, ਪੰਜਾਬ ਅਜਿਹਾ ਸੂਬਾ ਹੈ ਜਿਸ ਨੇ GST ਰਿਕਵਰ ਕਰਨ ਦੇ ਵਿੱਚ ਸਭ ਤੋਂ ਘੱਟ ਪੈਸਾ ਰਿਕਵਰ ਕੀਤਾ। 45% ਰਿਕਵਰੀ ਹੈ GST ਦੀ ਘੱਟ ਹੋਈ ਹੈ। ਅਸੀਂ ਕਦੋਂ ਤੱਕ ਕੇਂਦਰ ਵੱਲ ਨਜ਼ਰ ਲਾਈ ਰੱਖਾਂਗੇ? ਨਹੀਂ, ਉਹੀ ਤਾਂ ਗੱਲ ਹੈ ਨਾ ਵੀ ਤੁਹਾਡੀ ਪਰਫਾਰਮੈਂਸ ਤੋਂ ਤੁਹਾਨੂੰ ਪਛਾਣਿਆ ਜਾਂਦਾ ਨਾ। ਤੁਸੀਂ ਗੱਲਾਂ ਬਹੁਤ ਵੱਡੀਆਂ ਕਰਤੀਆਂ, ਹੁਣ ਲੋਕ ਥੋੜੀ ਪਰਫਾਰਮੈਂਸ ਵੀ ਉਹੋ ਜਿਹੀ ਲੱਭਦੇ ਆ ਨਾ ਵੀ ਤੁਸੀਂ ਪਰਫਾਰਮ ਕਰਕੇ ਦਿਖਾਓ। 3 ਸਾਲ ਹੋ ਚੱਲੇ, 2 ਸਾਲ ਰਹਿ ਗਏ, 2 ਸਾਲ 'ਚ ਵੀ 6 ਮਹੀਨੇ ਕੱਢ ਦਿਓ, ਉਹ ਤਾਂ ਇਲੈਕਸ਼ਨ ਪੀਰੀਅਡ ਹੁੰਦਾ, 1.5 ਸਾਲ ਤੁਹਾਡੇ ਕੋਲ ਬਚਿਆ ਤੇ ਤੁਹਾਡਾ ਪਰਫਾਰਮ ਅਜੇ ਤੱਕ ਦਿਖਿਆ ਨਹੀਂ ਲੋਕਾਂ ਨੂੰ। ਸਿਰਫ ਤੁਸੀਂ ਬੰਦ ਕਰਨ ਤੇ ਲੱਗੇ ਹੋ, ਹਰੇਕ ਅਦਾਰਾ ਬੰਦ, ਸਕੂਲ ਬੰਦ ਤੇ ਥਰਮਲ ਬੰਦ
ਤੇ ਤੁਸੀਂ ਕਟੌਤੀਆਂ ਚਾਹੁੰਦੇ ਤਾਂ ਮੁਲਾਜ਼ਮਾਂ ਤੇ ਕਟੌਤੀਆਂ ਕਰਦੇ 45,000 ਤੋਂ 15,000 ਪਰ ਆਪਣੇ ਪਰ ਜਦੋਂ ਕਟੌਤੀ ਦੀ ਗੱਲ ਆਉਂਦੀ ਤੁਸੀਂ ਕਿਸੇ ਐਮਐਲਏ ਦੀ ਕਟੌਤੀ ਕੀਤੀ। ਹੁਣ ਗੱਡੀਆਂ ਤੁਸੀਂ ਐਸਯੂਵੀ ਲੈ ਰਹੇ ਹੁਣ ਤੁਹਾਡੇ ਚੈਨਲ 'ਚ ਵੀ ਗੱਡੀਆਂ ਲੱਗੀਆਂ ਹੋਣੀਆਂ 35 ਤੋਂ 40,000 ਇੱਕ ਗੱਡੀ ਲੈਂਦੀ ਹੈ। ਕੀ ਤੁਸੀਂ ਗੱਡੀ ਲੈ ਕੇ ਮਾਰਕੀਟ 'ਚੋਂ ਨਹੀਂ ਦੇ ਸਕਦੇ ਐਮਐਲਏ ਨੂੰ? ਜਦੋਂ ਤੁਹਾਡੀ ਵਿੱਤੀ ਹਾਲਾਤ ਇੰਨੀ ਥੱਲੇ ਚਲੇ ਗਈ ਤਾਂ ਕਟੌਤੀ ਤਾਂ ਕਰਨੀ ਬਣਦੀ ਹੈ ਨਾ, ਸਾਰੇ ਪਾਸੇ ਹੋਣੀ ਚਾਹੀਦੀ। ਮੁਲਾਜ਼ਮਾਂ ਤੇ ਤੁਸੀਂ ਗਾਜ ਤੇ ਗਾਜ ਸਿੱਟੀ ਜਾਂਦੇ ਤੇ ਤੁਸੀਂ ਆਪ ਉਹ ਨਹੀਂ ਕਰਦੇ ਤੇ ਤੁਸੀਂ ਆਪਣਾ ਰਿਟਾਇਰਮੈਂਟ ਉਮਰ ਵੀ ਵਧਾਈ ਜਾਂਦੇ। ਉਹਨੂੰ ਰਿਟਾਇਰ ਕਰਕੇ ਉਹਦੀ ਜਗ੍ਹਾ 20,000 ਨੌਕਰੀ ਦੋ, ਜਦ ਕਿ ਤੁਸੀਂ ਘਰ ਨੌਕਰੀ ਦਾ ਵਾਅਦਾ ਕੀਤਾ। ਇੱਕ ਨੂੰ ਰਿਟਾਇਰ ਕਰਨ 'ਚ 3 ਸਟਾਫ ਰੱਖੋ ਜਾਂਦੇ, ਤੁਸੀਂ ਉਧਰ ਨਹੀਂ ਧਿਆਨ ਕਰਦੇ ਹੈਗੇ। ਬਾਕੀ ਪੁਲਿਸ ਦੇ ਤੁਸੀਂ ਪ੍ਰਮੋਸ਼ਨਾਂ ਕਰਕੇ ਸਾਰੇ ਅਫਸਰ ਬਣਾਤੇ, ਗਰਾਊਂਡ ਸਟਾਫ ਘਟ ਗਿਆ। ਮਤਲਬ ਗਰਾਊਂਡ ਸਟਾਫ ਤੋਂ ਵੱਧ ਅਫਸਰ ਹੋਏ ਪਏ। ਹੁਣ ਅਫਸਰ ਹੈਗੇ ਉਹਨਾਂ ਨਾਲ ਤੁਹਾਨੂੰ ਸਿਕਿਉਰਟੀਆਂ ਵੀ ਦੇਣੇ ਪੈਣੇ, ਗੱਡੀਆਂ ਵੀ ਦੇਣੇ ਪੈਣੇ। ਮਤਲਬ ਤੁਹਾਨੂੰ ਕਿਸੇ ਪਾਸੇ ਕਟੌਤੀ ਦਾ ਤਾਂ ਹੈ ਹੀ ਨਹੀਂ ਧਿਆਨ। ਸਿਰਫ ਮੁਲਾਜ਼ਮਾਂ ਤੇ ਤੁਸੀਂ ਗਾਜ ਗੇਰੀ ਜਾਂਦੇ ਤੇ ਲੋਕਾਂ ਦੇ ਦੁਆਲਾ ਨਿਕਲ ਜਾਂਦਾ। ਤੁਸੀਂ ਕਹਿੰਦੇ ਖਜ਼ਾਨਾ ਖਾਲੀ। ਪੱਤਰਕਾਰ ਨੇ ਪੁੱਛ ਲਿਆ ਵੀ ਤੁਹਾਡੀ ਪ੍ਰਾਪਤੀ ਦੱਸੋ ਜੀ 3 ਸਾਲ ਦੀ ਕੀ ਹੈ? ਅੱਗੇ ਤੋਂ ਮੂੰਹ ਚੋਂ ਨਿਕਲ ਗਿਆ ਕਹਿੰਦੇ ਖਜ਼ਾਨਾ ਖਾਲੀ, ਕਹਿੰਦਾ ਆਹ ਪ੍ਰਾਪਤੀ। ਮਤਲਬ ਹਾਸੋਹੀਣੀਆਂ ਗੱਲਾਂ। ਤੁਸੀਂ ਇਹ ਦੇਖ ਲਓ ਵੀ ਪ੍ਰਾਪਤੀ ਵੀ ਇਹਨਾਂ ਦੀ ਖਜ਼ਾਨਾ ਖਾਲੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਖਜ਼ਾਨਾ ਖਾਲੀ ਹੈ ਪਰ ਨਾਲ ਹੀ ਸਾਡੀਆਂ ਕੋਠੀਆਂ ਦੇ ਵਿੱਚ 27 ਏਸੀ ਲੱਗੇ ਹੋਏ ਨੇ ਔਰ ਉਹਨਾਂ ਦਾ ਲੱਖਾਂ ਰੁਪਏ ਦਾ ਬਿੱਲ ਵੀ ਆਉਂਦਾ। ਉਹ ਕਿਹੜਾ ਖਜ਼ਾਨਾ ਭਰਦਾ ਇਹ ਸਾਨੂੰ ਦੇਖਣਾ ਪਏਗਾ। ਇਸੇ ਤੇ ਚਰਚਾ ਜਾਰੀ ਹੈ। ਬਾਲੀ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਹੜਾ ਸੈਕਟਰੀ ਸਾਹਿਬ ਨੇ ਐਲੀਗੇਸ਼ਨ ਲਗਾਇਆ ਕਿ ਸੈਂਟਰ ਦੇ ਵਿੱਚ ਤੁਹਾਡੀ ਭਾਈਵਾਲ ਸਰਕਾਰ ਹੈਗੀ ਹੈ, ਤੁਸੀਂ ਉਹਦੇ ਵਿੱਚ ਭਾਈਵਾਲ ਹੈਗੇ ਹੋ, ਤੁਸੀਂ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋ, ਇਸੇ ਕਰਕੇ ਪੰਜਾਬ ਸੂਬਾ ਥਿੜਕ ਗਿਆ। GST ਦੀ ਇੱਕ ਵੱਡੀ ਰਕਮ ਜਿਹਦੇ ਵਿੱਚ 2100 ਕਰੋੜ ਰੁਪਈਆ ਵੀ ਸੀਗਾ ਉਹ ਕਾਫੀ ਲੇਟ ਹੋ ਗਈ, ਜਿਸ ਕਰਕੇ ਸਾਰਾ ਢਾਂਚਾ ਅਸਤ ਵਿਅਸਤ ਹੋ ਗਿਆ ਕਿਉਂਕਿ ਸੂਬੇ ਦੀ ਆਰਥਿਕ ਮੰਦਹਾਲੀ ਤਾਂ ਪਹਿਲਾਂ ਹੀ ਹੈ। ਜਦੋਂ 2100 ਕਰੋੜ ਵਰਗੀ ਵੱਡੀ ਰਕਮ ਰੋਕ ਲਈ ਜਾਏਗੀ ਤਾਂ ਕੋਈ ਵੀ ਸੂਬਾ ਹਿਲ ਜਾਏਗਾ। ਦੇਖੋ ਗੱਲ ਇਹ ਹੈ ਕਿ ਇਹ ਤਾਂ ਹੁਣ ਇਹ ਇਹੋ ਜਿਹੀ ਗੱਲ ਕਹਿੰਦੇ ਨੇ ਸੈਕਟਰੀ ਸਾਹਿਬ ਮਾਨਯੋਗ ਨੇ, ਸਾਡੇ ਵੱਡੇ ਭਰਾ ਨੇ, ਪਾਰਟੀ 'ਚ ਰਹੇ ਅਸੀਂ ਨਾਲ ਇਕੱਠੇ। ਇਹ ਗੱਲ ਤਾਂ ਸਿਰਫ ਇੰਨੀ ਕੁ ਹੈਗੀ ਕਿ ਜਿਹੜੀ ਇਹ ਗੱਲ ਕਰ ਰਹੇ ਆ ਕਿ ਦੇਖੋ ਜੀ ਸੈਂਟਰ ਗੌਰਮੈਂਟ ਨੇ ਹੁਣ ਇਹ ਕਹਿਣਗੇ ਕੀ ਇਹ ਦੱਸੋ? ਇਹੀ ਕਹਿਣਗੇ ਸੈਂਟਰ ਗੌਰਮੈਂਟ ਨੇ ਆਹ ਕਰਤਾ, ਸੈਂਟਰ ਗੌਰਮੈਂਟ ਨੇ ਉਹ ਕਰਤਾ। ਸੈਂਟਰ ਗੌਰਮੈਂਟ ਨੇ ਜੇ ਫਲੱਡ ਆ ਗਏ ਤੇ ਸੈਂਟਰ ਗੌਰਮੈਂਟ ਨੇ 1000 ਕਰੋੜ ਰੁਪਈਆ ਇਹਨਾਂ ਨੂੰ ਦਿੱਤਾ, ਕਿਆ ਸਾਰਿਆਂ ਦੇ ਕੋਠੇ ਬਣ ਗਏ ਕਿਸਾਨਾਂ ਦੇ? ਪੁੱਛੋ ਸੈਕਟਰੀ ਸਾਹਿਬ ਨੂੰ। ਇਹ ਜੇ ਇਹ ਸੈਂਟਰ ਗੌਰਮੈਂਟ ਇਹਨਾਂ ਨੂੰ ਅੱਜ 2000 ਕਰੋੜ ਰੁਪਈਆ ਆ ਜਾਏਗਾ, ਕਿਆ ਹਾਲਾਤ ਠੀਕ ਹੋ ਜਾਣਗੇ? ਜੇ ਇਸ ਤੋਂ ਪਹਿਲੇ 3 ਸਾਲ ਦੇ ਹਾਲਾਤ ਖਰਾਬ ਨੇ, ਕਿਆ ਉਹ ਹਾਲਾਤ, ਕਿਆ 90,000 ਕਰੋੜ ਰੁਪਈਏ ਇਹਨਾਂ ਨੇ ਕਿਹਾ ਸੀ, ਕਿਆ ਉਹਨਾਂ ਨੂੰ ਛੱਡਤਾ ਕਿਸਾਨਾਂ ਨੂੰ? 50 ਲੱਖ ਨੌਕਰੀ ਇਹਨਾਂ ਨੇ ਕਹੀ ਸੀ ਉਹ ਛੱਡਤੀ ਉਹਨਾਂ ਨੂੰ। 2000 ਕਰੋੜ ਦੇ ਵਿੱਚ ਤੁਸੀਂ 50 ਲੱਖ ਨੌਕਰੀ ਦੇ ਦਿਓਗੇ? 24 ਲੱਖ ਰੁਪਈਆ 24 ਲੱਖ ਨੌਕਰੀ ਇਹਨਾਂ ਨੇ ਹੁਣ ਕਹੀ ਸੀ ਮੁੱਖ ਮੰਤਰੀ ਜੀ ਨੇ ਜਦੋਂ ਇਲੈਕਸ਼ਨ ਹੋਏ ਨੇ, ਕਿਹਾ 24 ਲੱਖ ਰੁਪਈਆ 24 ਲੱਖ ਇਹਨਾਂ ਨੇ ਨੌਕਰੀ ਉਹਨਾਂ ਨੂੰ ਦੇ ਦਿੱਤੀ। ਇਹ ਝੂਠ ਤੇ ਝੂਠ ਬੋਲਦੀ ਹੈ ਸਰਕਾਰ, ਹੋਰ ਕੋਈ ਗੱਲ ਨਹੀਂ। ਇੱਕ ਗੱਲ ਸਿਰਫ ਗੋਟੀ ਸੁੱਟ ਦਿੰਦੇ ਨੇ ਸੈਂਟਰ ਗੌਰਮੈਂਟ ਦੇ ਵੀ ਸੈਂਟਰ ਗੌਰਮੈਂਟ ਨੇ ਆਹ ਨਹੀਂ ਕੀਤਾ ਜੀ, ਸੈਂਟਰ ਗੌਰਮੈਂਟ ਤੁਹਾਨੂੰ ਪੈਸਾ ਦਿੰਦੀ ਹੈ। ਤੁਹਾਨੂੰ ਹੁਣ 2100 ਕਰੋੜ ਰੁਪਈਆ ਆ ਗਿਆ, 2000 ਕਰੋੜ ਰੁਪਈਆ ਤੁਹਾਡਾ ਹੋਰ ਆ ਉਹ ਵੀ ਆ ਜਾਏਗਾ। ਕਿਆ ਪੰਜਾਬ ਦੇ ਹਾਲਾਤ ਸੁਧਰ ਜਾਣਗੇ? ਫਿਰ ਸਾਰਾ ਵਿੱਤੀ ਹੱਲ ਠੀਕ ਹੋ ਜਾਏਗੀ 4000 ਕਰੋੜ ਦੇ ਵਿੱਚ? ਵਾਅਦੇ ਤੁਹਾਡੇ ਐਡੇ ਵੱਡੇ ਨੇ। ਹਾਂਜੀ ਸੈਕਟਰੀ ਸਾਹਿਬ, ਤੁਹਾਡੀਆਂ ਗੱਲਾਂ ਐਡੀਆਂ ਵੱਡੀਆਂ ਨੇ, ਤੁਸੀਂ ਪੂਰੀ ਨਹੀਂ ਕਰ ਪਾ ਰਹੇ। ਜਿਹੜਾ ਪੈਸਾ GST ਦੇ ਕੰਪਨਸੇਸ਼ਨ ਦਾ ਪਿਆ ਹੈ, ਜੇ ਉਹ ਆ ਜਾਂਦਾ ਤਾਂ ਹਾਲਾਤ ਸੁਧਰ ਜਾਣਗੇ ਸੂਬੇ ਦੇ? ਹਾਂਜੀ ਦੇਖੋ ਇਸ ਤਰ੍ਹਾਂ ਹੈ ਕਿ ਬਾਲੀ ਸਾਹਿਬ ਤੇ ਪੈਦਾਸ਼ੀ ਕਾਂਗਰਸੀ ਰਹੇ ਨੇ। ਚਲੋ ਹੁਣ ਪਲੇਟਫਾਰਮ ਜਿਹੜਾ ਚੇਂਜ ਕੀਤਾ ਦਾ, ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ, ਪਰ ਇਹਨਾਂ ਨੂੰ ਮੇਰੇ ਤੋਂ ਵੱਧ ਪਤਾ ਹੈ ਕਿ ਜਿਹੜੇ ਹਾਲਾਤ ਪੰਜਾਬ ਸਰਕਾਰ ਦੇ ਹੋਏ ਨੇ ਇਹਦੇ 'ਚ ਜਿਹੜੀ ਆਰਥਿਕ ਮੰਦੀ ਹੈ ਉਹਦਾ ਬਹੁਤ ਵੱਡਾ ਹੱਥ ਹੈ। ਔਰ ਜਿਹੜਾ RBI ਦੇ ਸਟੈਟਿਸਟਿਕਸ ਕਹਿੰਦੇ ਨੇ ਕਿ ਜਿਹੜੀ ਕਾਂਗਰਸ ਦੇ ਟਾਈਮ ਦੇ ਤੇ 7.1 ਤੋਂ ਲੈ ਕੇ 10% ਤੱਕ GDP ਗਈ ਸੀ, ਉਹ GDP ਜਿਹੜੀ ਆ ਘਟ ਕੇ 5% ਤੇ ਰਹਿ ਗਈ। ਪਰ ਉਹ ਤਾਂ ਸਾਰੇ ਮੁਲਕ ਦੀ ਹੈ ਨਾ, 5% ਖਾਲੀ ਪੰਜਾਬ ਦੀ ਥੋੜੀ, ਸਾਰੇ ਸਰਕਾਰ ਲਈ ਸਾਰੇ ਮੁਲਕ ਦੀ ਹੈ ਸੈਕਟਰੀ ਸਾਹਿਬ। ਉਹ ਤਾਂ ਸਾਰੇ ਮੁਲਕ ਦੀ ਹੈ। ਮੈਨੂਫੈਕਚਰਿੰਗ ਐਕਟੀਵਿਟੀ ਹੈ ਉਹ ਘਟ ਗਈ ਹੈ, ਔਰ ਉਹ ਜਿਹੜੀ ਮੈਨੂਫੈਕਚਰਿੰਗ ਐਕਟੀਵਿਟੀ ਘਟੀ ਹੈ, ਟ੍ਰੇਡ ਔਰ ਇੰਡਸਟਰੀ ਜਿਹੜਾ ਡਾਊਨ ਹੋਈ ਹੈ, ਉਹ ਮੈਂ ਦੱਸ ਰਿਹਾ ਨਾ ਤੁਹਾਨੂੰ, ਮੇਰੀ ਗੱਲ ਤੇ ਸੁਣ ਲਓ ਤੁਸੀਂ। ਜੀ ਜਿਹੜੀ ਮੈਨੂਫੈਕਚਰਿੰਗ ਐਕਟੀਵਿਟੀ ਘਟੀ ਆ, ਜਿਹੜੀ ਟ੍ਰੇਡ ਔਰ ਇੰਡਸਟਰੀ 'ਚ ਜਿਹੜਾ ਕੰਮ ਡਾਊਨ ਹੋਇਆ, ਉਹਦੇ ਨਾਲ ਟੈਕਸ ਘਟ ਗਿਆ। ਜਿੱਥੇ ਟੈਕਸ ਘਟ ਗਿਆ ਤਾਂ ਸਰਕਾਰ ਕੋਲ ਤਾਂ ਉਹੀ ਪੈਸੇ ਆਣੇ ਜਿਹੜੇ ਇੰਡਸਟਰੀ ਨੇ ਟੈਕਸ ਦੇਣਾ ਵਾ। ਮੈਂ ਸਵਾਲ ਹੋਈ ਹੈ ਨਾ ਸੈਕਟਰੀ ਸਾਹਿਬ, ਅਸੀਂ ਸਿਰਫ ਪੰਜਾਬ ਹੋਰ ਆਪਾਂ ਮੇਰਾ ਇੱਕ ਸਵਾਲ ਲੈ ਲਓ ਛੋਟਾ ਜਿਹਾ, ਫਿਰ ਜਵਾਬ ਦੇ ਦਿਓ ਸੈਕਟਰੀ ਸਾਹਿਬ। ਇੱਕ ਛੋਟਾ ਜਿਹਾ ਸਵਾਲ, ਜੇ GDP ਘਟੀ ਹੈ ਤਾਂ ਓਵਰਆਲ ਮੁਲਕ ਦੀ ਘਟੀ ਹੈ ਨਾ, ਹਰਿਆਣੇ ਦੇ ਅਜੇ ਹਾਲਾਤ ਕਿਉਂ ਨਹੀਂ ਬਣ ਰਹੇ, ਹਿਮਾਚਲ ਦੇ ਕਿਉਂ ਨਹੀਂ ਬਣ ਰਹੇ,
ਸਾਡੇ ਗੁਆਂਢੀ ਸੂਬੇ ਸਾਡੇ ਤੋਂ ਵੱਧ ਕਲੈਕਸ਼ਨ ਇਕੱਠਾ ਕਰਦੇ ਨੇ, GST ਦੀ ਕਲੈਕਸ਼ਨ ਉਹਨਾਂ ਦੀ ਇਕੱਠੀ ਜ਼ਿਆਦਾ ਹੋਈ ਹੈ। ਇੱਥੇ ਤੁਹਾਨੂੰ ਕੋਈ ਨੁਕਸ ਨਹੀਂ ਲੱਗ ਰਿਹਾ? 45% GST ਜੇ ਸਾਡਾ ਸੂਬਾ ਘੱਟ ਰਿਕਵਰ ਕਰ ਰਿਹਾ ਤਾਂ ਨੁਕਸ ਕਿੱਥੇ ਹੈ? ਉੱਥੇ ਹੀ ਸਾਡਾ ਗੁਆਂਢੀ ਸੂਬਾ ਹਰਿਆਣਾ ਸਾਰਾ ਹੀ ਮੁਕੰਮਲ ਕਰਦਾ, ਪਲੱਸ ਦੇ ਵਿੱਚ ਜਾ ਰਿਹਾ। ਦੇਖੋ ਮੈਂ ਤੁਹਾਨੂੰ ਦੱਸਦਾ ਜੀ, ਦੇਖੋ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਡਿਸਐਡਵਾਂਟੇਜ ਹੈ ਕਿ ਅਸੀਂ ਲੈਂਡਲੌਕ ਸਟੇਟ ਹੈਗੇ ਆ। ਹਿਮਾਚਲ ਜਿਹੜਾ ਵਾ ਉਹਨੂੰ ਤੇ ਕੇਂਦਰ ਸਰਕਾਰ ਨੇ ਦਿੱਤੇ ਆ, ਵਾਜਪਾਈ ਜੀ ਦੇ ਵੇਲੇ ਦੇ ਉੱਤੇ ਬਹੁਤ ਵੱਡੇ ਇਨਸੈਂਟਿਵ ਟੈਕਸ ਹੌਲੀਡੇ ਦਿੱਤੀ ਦੀ ਹੈ। ਉੱਥੇ ਦੀ ਇੰਡਸਟਰੀ ਚੱਲੀ ਜਾਂਦੀ ਹੈ ਕਿਉਂਕਿ ਉਹਨੂੰ ਟੈਕਸ ਨਹੀਂ ਲੱਗਦਾ। ਜਿਹੜੇ ਪ੍ਰੋਡਕਟ ਮੈਂ ਪੰਜਾਬ 'ਚ ਬਣਾਵਾਂ ਤੇ ਮੈਨੂੰ ਅਗਰ 18% ਟੈਕਸ ਲੱਗਦਾ ਤੇ ਹਿਮਾਚਲ ਜੇ ਉਹ ਪ੍ਰੋਡਕਟ ਬਣ ਕੇ ਵਿਕੇ ਤਾਂ ਉਹਨੂੰ ਕੋਈ ਟੈਕਸ ਨਹੀਂ ਲੱਗਦਾ। ਸੈਕਟਰੀ ਸਾਹਿਬ, ਮੈਂ ਤਾਂ ਟੈਕਸ ਕਲੈਕਸ਼ਨ ਦੀ ਗੱਲ ਕਰ ਰਹੇ ਹਾਂ, ਮੈਂ ਤਾਂ ਹੋਰ ਗੱਲਾਂ ਵੱਲ ਜਾ ਹੀ ਨਹੀਂ ਰਿਹਾ। ਮੈਂ ਤਾਂ ਇਹ ਕਹਿ ਰਿਹਾ ਕਿ ਜਦੋਂ ਸਾਡਾ ਟਾਰਗੇਟ ਹੈ 100% ਟੈਕਸ ਇਕੱਠਾ ਕਰਨਾ, ਉਹਦੇ ਵਿੱਚੋਂ ਜਦੋਂ 100 ਦੇ ਵਿੱਚੋਂ ਸਿਰਫ 55% ਇਕੱਠਾ ਕਰਦੇ ਆ, ਕੀ 45% ਦਾ ਠੀਕਰਾ ਜਾਂ 45% ਦੀ ਜ਼ਿੰਮੇਵਾਰੀ ਸੰਬੰਧਿਤ ਵਿਭਾਗਾਂ, ਡਿਪਾਰਟਮੈਂਟ ਤੇ ਅਫਸਰਾਂ ਦੇ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੇ ਟੈਕਸ ਕਲੈਕਸ਼ਨ ਘੱਟ ਕੀਤੀ ਹੈ? ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਇੱਥੇ ਇੰਡਸਟਰੀ ਦੇ ਟ੍ਰੇਡ ਵਿੱਚ ਚੋਰੀ ਹੋ ਰਹੀ ਹੈ? ਇਹ ਤਾਂ ਤੁਹਾਡੀ ਸਰਕਾਰ ਦੱਸੇ ਨਾ 45% ਘੱਟ ਕਿਉਂ ਇਕੱਠਾ ਹੋਇਆ, ਇਹ ਤੁਸੀਂ ਦੱਸੋ। ਮੈਂ ਤੁਹਾਡੀ ਗੱਲ ਨਾਲ ਡਿਸਐਗਰੀ ਕਰਦਾ। ਟ੍ਰੇਡ ਔਰ ਇੰਡਸਟਰੀ ਜਿਹੜਾ ਹੈ ਉਹ ਨਹੀਂ, ਦੇਖੋ ਮੈਂ ਫਿਰ ਮੇਰੀ ਗੱਲ ਸੁਣੋ ਧਿਆਨ ਨਾਲ ਜੀ, ਕਿਉਂਕਿ ਮੈਂ ਖੁਦ ਇੰਡਸਟਰੀ ਔਰ ਟ੍ਰੇਡ ਦੇ ਨਾਲ ਸੰਬੰਧਿਤ ਹਾਂ। ਬਿਲਕੁਲ। ਪੰਜਾਬ ਦਾ ਜਿਹੜਾ ਬਿਜ਼ਨਸਮੈਨ ਹੈ ਹਰ ਮਜਬੂਰੀ ਦੇ ਬਾਵਜੂਦ ਆਪਣੀ ਇੰਪਲਾਇਮੈਂਟ ਰੱਖਦੇ ਹੋਏ, ਲੋਕਾਂ ਨੂੰ ਇੰਪਲਾਇਮੈਂਟ ਦਿੰਦੇ ਹੋਏ ਟੈਕਸ ਦੇ ਰਿਹਾ ਔਰ ਟੈਕਸ ਦੇ ਕੇ ਸਰਕਾਰ ਦੇ ਖਜ਼ਾਨੇ 'ਚ ਭੇਜ ਰਿਹਾ। ਮੈਂ ਇੱਕ ਮਿੰਟ ਆંકੜੇ ਤੁਹਾਨੂੰ ਦੱਸ ਸਕਦਾ, ਫਿਰ ਅੱਗੇ ਜਾਣਾ। ਇੱਕ ਮਿੰਟ, ਹਾਂ ਮੈਂ ਸਾਰੀਆਂ ਗੱਲਾਂ, ਬਾਕੀ ਗੱਲਾਂ ਸਾਰੀਆਂ ਛੱਡ ਦਿਓ। ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹ ਵਧੀ ਹੈ। ਆਇਆ ਤੁਹਾਡੇ ਕੋਲ ਇੱਕ ਮਿੰਟ ਆਇਆ, ਇੰਡਸਟਰੀ ਨਵੀਂ ਆਈ, ਰਿਐਕਸ਼ਨ ਲੈ ਲਾ ਫਿਰ ਤੁਹਾਡੇ ਕੋਲ। ਖਰਚੇ ਮੈਂ ਕਹਿੰਦਾ ਸਾਰੀਆਂ ਗੱਲਾਂ ਬੰਦ ਕਰੋ। ਨਹੀਂ, ਮੇਰੀ ਸ਼ਰਾਬ ਤਾਂ ਨਹੀਂ ਪੰਜਾਬ 'ਚ ਵਿਕਣੀ ਘਟੀ ਹੋਈ। ਜੇ ਸ਼ਰਾਬ ਤੋਂ ਆਮਦਨ ਜਿਹੜੀ ਆ 20% ਵਧਣੀ ਚਾਹੀਦੀ ਸੀ ਮਿਨੀਮਮ, ਜਿਹੜਾ 10 ਲੱਖ ਦਾ ਜਿਹਦਾ ਹਰ ਸਾਲ ਚ ਅੰਦਾਜ਼ਾ। ਚਲੋ ਸੈਕਟਰੀ ਸਾਹਿਬ ਦੱਸੋ ਸੈਕਟਰੀ ਸਾਹਿਬ। ਦੇਖੋ ਮੇਰੀ ਗੱਲ ਸੁਣੋ, ਮੈਂ ਨਾ ਹਰਪ੍ਰੀਤ ਜੀ ਮੈਂ ਤੁਹਾਡੇ ਚੈਨਲ ਦੇ ਥਰੂ ਪੰਜਾਬ ਦੀ ਜਨਤਾ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਬਿਲਕੁਲ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਔਰ ਟ੍ਰੇਡ ਹੈ ਡਾਊਨ ਹੋ ਰਹੀ ਹੈ, ਜਿੰਨੀ ਚੱਲ ਰਹੀ ਹੈ ਉਹ ਟੈਕਸ ਦੇ ਰਹੀ ਹੈ। ਪਰ ਸਾਡੀ ਸਰਕਾਰ ਦੇ ਖਰਚੇ, ਕਿਉਂਕਿ ਇੰਪਲਾਈ ਦੀਆਂ ਤਨਖਾਹਾਂ ਕਈ ਗੁਣਾ ਵੱਧ ਗਈਆਂ, ਵਿੱਤ ਕਮਿਸ਼ਨ ਦੇ ਕੇਂਦਰ ਸਰਕਾਰ ਦੇ ਅਨਾਉਂਸ ਹਿਸਾਬ ਦੇ ਨਾਲ ਜਿੰਨਾ ਵੀ ਦੇਣਾ ਚਾਹੀਦਾ ਪੰਜਾਬ ਸਰਕਾਰ ਦੇ ਰਹੀ ਹੈ। ਖਰਚੇ ਵੱਧ ਗਏ ਨੇ, ਇੱਥੇ ਵੀ ਦੇਖੋ ਇਹਨਾਂ ਦੀ ਸਰਕਾਰ ਦੇ ਵੇਲੇ ਇੱਕ ਮਿੰਟ ਜੀ, ਆਮਦਨ ਓਨੀ ਦੀ ਹੋਣੀ ਇਹ ਵੀ ਇਹਨਾਂ ਸਾਹਿਬ ਵਿੱਤ ਕਮਿਸ਼ਨ ਦੀਆਂ ਮੁਲਾਜ਼ਮ ਤਾਂ ਸੜਕਾਂ ਤੇ ਇਸੇ ਲਈ ਨੇ। ਇੱਕ ਮਿੰਟ ਸੈਕਟਰੀ ਸਾਹਿਬ, ਹੁਣ ਇੱਥੇ ਰੁਕ ਜਾਓ, ਹੁਣ ਮੈਨੂੰ ਰਿਐਕਸ਼ਨ ਲੈ ਲੈਣ ਦਿਓ। ਤਨਖਾਹ ਦੀ ਗੱਲ ਹੈ, ਇਹ ਗੱਲ ਠੀਕ ਹੈ ਵਾਲੀਆ ਸਾਹਿਬ ਕਿ ਵਿੱਤ ਕਮਿਸ਼ਨ ਲੱਗ ਗਏ ਨੇ, ਤਨਖਾਹਾਂ ਬਹੁਤ ਵੱਧ ਗਈਆਂ ਨੇ, ਇਸ ਕਰਕੇ ਖਰਚੇ ਸਰਕਾਰ ਦੇ ਵਧੇ। 50% ਪੋਸਟਾਂ ਤਾਂ ਖਾਲੀ ਪਈਆਂ, ਭਰੀਆਂ ਹੀ ਨਹੀਂ। ਝੂਠ ਹੈ, ਉਲਟਾ ਸਗੋਂ ਸਰਕਾਰ ਨੇ ਮੁਲਾਜ਼ਮਾਂ ਤੇ ਟੈਕਸ ਲਾਤਾ 200 ਰੁਪਏ ਮਹੀਨਾ, ਪ੍ਰੋਫੈਸ਼ਨਲ ਟੈਕਸ। ਤੇ ਉਧਰੋਂ ਮੰਤਰੀ ਟੈਕਸਾਂ ਦੀ ਚੋਰੀ ਕਰ ਰਹੇ ਆ, ਆਪਣੇ ਇਨਕਮ ਟੈਕਸ ਪੇ ਨਹੀਂ ਕਰ ਰਹੇ। ਕੱਲ ਪਰਸੋਂ ਹੀ ਡਿਟੇਲ ਆਈ ਸੀਗੀ ਜੀ, ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਉਹਨਾਂ 'ਚ ਐਗਜ਼ੈਂਪਸ਼ਨ ਨੇ, ਉਹੀ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਜਾਣਾ ਸੀ ਐਗਜ਼ੈਂਪਸ਼ਨ 'ਚ ਲਈ ਜਾ ਰਹੇ ਆ ਤੇ ਕਰੋੜਾਂ ਰੁਪਏ ਦਾ ਚੂਨਾ ਜਿਹੜਾ ਸਰਕਾਰ ਨੂੰ ਲੱਗ ਰਿਹਾ। ਦੂਜੇ ਪਾਸੇ ਮੁਲਾਜ਼ਮਾਂ ਦਾ ਹਾਲ ਦੇਖੋ, ਡੀਏ ਦੀਆਂ ਕਿਸ਼ਤਾਂ ਜਿਹੜੀਆਂ ਕਿੰਨੀ ਦੇਰ ਤੋਂ ਡਿਊ ਹੈ, ਕਈ ਸਾਲਾਂ ਤੋਂ, ਜਿਹੜਾ ਉਹਨਾਂ ਦਾ ਬਣਦਾ ਰਾਈਟ ਹੈ ਉਹ ਨਹੀਂ ਦਿੱਤਾ ਜਾ ਰਿਹਾ। ਜਿਹੜੀਆਂ ਕਿਸ਼ਤਾਂ ਦਿੱਤੀਆਂ ਵੀ ਨੇ ਉਹਨਾਂ ਦਾ ਵੀ ਕਈ ਸਾਲਾਂ ਦਾ ਏਰੀਅਰ ਸਰਕਾਰ ਵੱਲ ਪਿਆ। ਪੇ ਕਮਿਸ਼ਨ ਦੀ ਰਿਪੋਰਟ ਅਜੇ ਤੱਕ ਨਹੀਂ ਜਾਰੀ ਕੀਤੀ ਗਈ, ਜਦੋਂ ਕਿ ਸੈਂਟਰ ਦਾ ਤੇ ਗੁਆਂਢੀ ਰਾਜਾਂ ਦੇ ਵਿੱਚ EMPLOYEE ਨੂੰ 4-4 ਸਾਲ ਤੋਂ ਉਸਦਾ ਬੈਨੀਫਿਟ ਲੈ ਰਹੇ ਨੇ। ਮੈਡੀਕਲ ਬਿੱਲ ਲੋਕਾਂ ਦੇ 2-2 ਸਾਲ ਦੇ ਰੁਕੇ ਹੋਏ ਨੇ। ਈਵਨ ਜਿਹੜੀਆਂ ਗੱਲਾਂ ਮੰਨੀਆਂ ਹੋਈਆਂ ਨੇ ਸਰਕਾਰ ਨੇ, ਉਹਨਾਂ ਦਾ ਬੈਨੀਫਿਟ ਵੀ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਾ ਰਿਹਾ। ਕੋਰਟਾਂ ਦੇ ਵਿੱਚ ਮੁਲਾਜ਼ਮ ਜਾ ਰਹੇ ਆ, ਹਜ਼ਾਰਾਂ ਫੈਸਲੇ ਕੋਰਟਾਂ ਦੇ ਅਜਿਹੇ ਜਿੱਥੇ ਕੋਰਟਸ ਨੇ ਅਲਾਉ ਕੀਤਾ ਹੋਇਆ ਪਰ ਫਿਰ ਵੀ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਈਵਨ ਉਹ ਕੋਰਟ ਕੇਸਿਸ ਦੀ ਵੀ, ਕੰਟੈਂਪਟ ਕੇਸਿਸ ਦੀ ਵੀ ਪਰਵਾਹ ਨਹੀਂ ਕਰਦੇ। ਕਹਿੰਦੇ ਕੀ ਹੋ ਗਿਆ, ਕੰਟੈਂਪਟ ਪੈ ਗਈ ਤੇ ਅਸੀਂ ਡੇਟ ਲੈ ਲਾਂਗੇ ਕੋਰਟ ਦੇ ਵਿੱਚ ਜਾ ਕੇ। ਬਿਲਕੁਲ ਬੌਦਰ ਹੀ ਨਹੀਂ ਕਰਦੇ, ਸਿਰਫ ਆਪਣੇ ਪਾਸੇ ਹੀ ਇਹਨਾਂ ਦਾ ਧਿਆਨ ਹੈ। ਫਿਰ ਆਪਾਂ ਘੱਟੋ ਘੱਟ ਇਹ ਨਾ ਕਹੀਏ ਕਿ ਮੁਲਾਜ਼ਮਾਂ ਤੇ ਖਰਚੇ ਵੱਧ ਗਏ ਜਾਂ ਤਨਖਾਹ ਵੱਧ ਗਈ। ਹਾਂਜੀ ਬਰਾੜ ਸਾਹਿਬ ਤੁਸੀਂ ਕਹਿ ਰਹੇ ਸੀ ਕੁਝ। ਮੈਂ ਇਹਨਾਂ ਨੇ ਗੱਲ ਜਿਹੜੀ ਕਹਿਤੀ ਮੈਂ ਉਹੀ ਕਹਿਣਾ, ਮੁਲਾਜ਼ਮਾਂ ਦੀਆਂ ਤਾਂ 50% ਪੋਸਟਾਂ ਖਾਲੀ ਪਈਆਂ, ਇੱਕ ਬੰਦਾ ਇਹਨਾਂ ਨੇ ਭਰਤੀ ਨਹੀਂ ਕੀਤਾ ਪਿਛਲੇ 3 ਸਾਲਾਂ 'ਚ। ਠੀਕ ਹੈ, ਜਿੱਥੋਂ ਤੱਕ ਇਹਨਾਂ ਦੀਆਂ ਪੈਨਸ਼ਨਾਂ ਤੇ ਤਨਖਾਹ ਦਾ ਸਵਾਲ ਹੈ,
ਉਹਦਾ 5000 ਕਰੋੜ ਰੁਪਈਆ ਪੈਂਡਿੰਗ ਪਿਆ। ਇਹਨਾਂ ਦੇ ਵਾਲੀਆ ਸਾਹਿਬ ਨੇ ਦੱਸ ਵੀ ਦਿੱਤਾ ਨਾਲ। ਜੀ ਜੀ। ਮੇਨ ਅਸਲ 'ਚ ਕਹਾਣੀ ਇਹ ਹੈ ਕਿ ਇਹਨਾਂ ਦੀ ਨਾ ਤਾਂ ਸੰਜੀਦਗੀ ਹੈ ਤੇ ਨਾ ਇਸ ਪਾਸੇ ਕੰਮ ਕਰ ਰਹੇ ਕਿ ਆਪਣੀ ਆਮਦਨ ਵਧਾਈ ਜਾਵੇ। ਦੇਖੋ ਇਹ ਕਿਸੇ ਤੇ ਤੋਹਮਤ ਨਹੀਂ ਜਾਂ ਕੁਛ ਨਹੀਂਗਾ, ਇਹ ਪੰਜਾਬ ਦੇ ਫਿਊਚਰ ਦਾ ਸਵਾਲ ਹੈ, ਲੋਕਾਂ ਦੇ ਫਿਊਚਰ ਦਾ ਸਵਾਲ ਹੈ। ਇਹਨਾਂ ਨੂੰ ਇਸ ਪਾਸੇ ਕਿਸੇ ਨੇ ਇਹਨਾਂ ਨੂੰ ਕੁਛ ਨਹੀਂ ਦੇਣਾ, ਇਹਨਾਂ ਨੂੰ ਆਮਦਨ ਵਧਾਉਣੀ ਪਊ ਜੇ ਪੰਜਾਬ ਦਾ ਭਲਾ ਚਾਹੁੰਦੇ ਆ ਤਾਂ। ਆਮਦਨ ਵਧਾਉਣਾ ਇਹਨਾਂ ਨੂੰ ਸੋਚਣਾ ਹੈ। ਬਰਾੜ ਸਾਹਿਬ, ਜਦੋਂ ਅਸੀਂ ਆਮਦਨ ਵਧਾਉਣ ਦੀ ਗੱਲ ਕਰਦੇ ਹਾਂ ਤੇ ਆਮਦਨ ਵਧਾਉਣ ਦਾ ਇੱਕ ਸਿੱਧਾ ਸੋਰਸ ਟੈਕਸਸ ਹੁੰਦਾ ਕਿ ਟੈਕਸਸ ਲਗਾਏ, ਚੋਰੀ ਰੋਕੋ। ਫਿਰ ਅਸੀਂ ਕਹਿੰਦੇ ਕਿ ਟੈਕਸਸ ਕਿਉਂ ਲਾਤੇ ਲੋਕਾਂ ਦੇ? ਖਰਚੇ ਘਟਾਓ, ਚੋਰੀ ਰੋਕੋ। ਠੀਕ ਹੈ। ਮੋਨੀਟਰਿੰਗ ਡੇ ਟੂ ਡੇ ਮੋਨੀਟਰਿੰਗ ਕਰਨੀ ਪੈਣੀ ਹੈ ਤੁਹਾਨੂੰ। ਤਾਂ ਮਤਲਬ ਪਿੱਛੇ ਜੇ 400 ਕਰੋੜ ਰੁਪਏ ਦਾ GST ਦੇ ਜਿਹੜੇ ਨਾ ਨੰਬਰ 2 ਚ ਬਿੱਲ ਬਣ ਕੇ ਤੇ ਉਹ ਜਾਂਦੇ ਰਹੇ, ਇਹਨਾਂ ਨੂੰ ਰੋਕਣਾ ਪਊਗਾ। ਇਹ ਸਟੇਟਾਂ ਨੇ ਮੈਨੇਜਮੈਂਟ ਕਰਨੀ ਹੈ, ਸੈਂਟਰ ਨੇ ਨਹੀਂ ਕਰਨੀ। ਸੈਕਟਰੀ ਸਾਹਿਬ ਤੋਂ ਜਵਾਬ ਲੈ ਲਾਂ। ਸੈਕਟਰੀ ਸਾਹਿਬ, ਦੋ ਗੱਲਾਂ ਨੇ ਕਿ ਆਮਦਨ ਕਿਵੇਂ ਵਧਾਈ ਜਾ ਸਕਦੀ ਹੈ, ਸਥਿਤੀ ਕਿਵੇਂ ਠੀਕ ਹੋ ਸਕਦੀ ਹੈ। ਉਹਦੇ ਵਿੱਚ ਦੋ ਗੱਲਾਂ ਬੜੀਆਂ ਸਾਫ਼ ਨੇ। ਇੱਕ ਤਾਂ ਚੋਰੀ ਰੋਕਣੀ ਪੈਣੀ ਹੈ ਟੈਕਸ ਦੀ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 45% ਇਸ ਵਾਰ ਘੱਟ ਰਿਕਵਰੀ ਹੋਈ ਹੈ GST ਦੀ, ਪਹਿਲੀ ਗੱਲ। ਦੂਜੀ ਗੱਲ ਖਰਚੇ ਘਟਾਉਣ ਦੀ ਕਰਨੇ ਕਿ ਖਰਚੇ ਘਟਾਏ ਜਾਣ। ਅੱਜ ਮੈਂ ਤੁਹਾਡੇ ਤੋਂ ਪੁੱਛਦਾ, ਜੇ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੋਵੋ, ਜੇ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਪਣੀ ਕੋਠੀ ਦੇ ਵਿੱਚ 27 AC ਤੇ 17 ਗੀਜ਼ਰ ਲਾ ਲਵੇ, 19 ਗੀਜ਼ਰ ਲਾ ਲਵੇ, ਕੀ ਤੁਸੀਂ ਸਵਾਲ ਚੁੱਕੋਗੇ ਕਿ ਨਹੀਂ ਚੁੱਕੋਗੇ? ਇਮਾਨਦਾਰੀ ਨਾਲ ਦੱਸਿਓ। ਮੈਂ ਤੇ ਦੇਖੋ ਹਰਪ੍ਰੀਤ ਜੀ, ਮੈਂ ਤੇ ਇਹਨਾਂ ਛੋਟੀਆਂ ਗੱਲਾਂ 'ਚ ਕਦੀ ਵੀ ਨਾ ਚੁੱਕਾਂਗਾ। ਮੇਰੇ ਲਈ ਸਭ ਤੋਂ ਵੱਡਾ ਸਵਾਲ ਜਿਹੜਾ ਅੱਜ ਮੈਂ ਸੋਚਦਾ ਤੁਹਾਨੂੰ ਛੋਟੀ ਗੱਲ ਲੱਗਦੀ ਹੈ, ਇੱਕ ਖਜ਼ਾਨਾ ਮੰਤਰੀ ਜਿਹੜਾ ਵਾਰ-ਵਾਰ ਇਹ ਕਹਿੰਦਾ ਖਜ਼ਾਨਾ ਖਾਲੀ ਹੈ, ਉਹਦੀ ਕੋਠੀ ਦੇ ਵਿੱਚ 27 AC ਤੇ 19 ਗੀਜ਼ਰ ਲੱਗੇ ਨੇ ਤੇ ਆਪਾਂ ਕਹਿੰਦੇ ਛੋਟੀ ਜੀ ਗੱਲ ਹੈ। ਬੱਚੇ ਬੱਚੀਆਂ ਜਿਹੜੀਆਂ ਬਾਹਰਲੇ ਮੁਲਕਾਂ ਜਾ ਰਹੀਆਂ ਔਰ ਲਗਭਗ ਸੁਣੋ ਨਾ ਜੀ ਜੀ, ਮੇਰੀ ਗੱਲ ਤਾਂ ਸੁਣ ਲਓ, ਮੇਰੀ ਗੱਲ ਸੁਣੋ। ਤੁਸੀਂ ਏਸੀਆਂ ਨੂੰ ਛੱਡੋ, ਮੈਂ ਜਿਹੜਾ ਸਵਾਲ ਚੁੱਕ ਰਿਹਾ ਪੰਜਾਬ ਦੇ ਲੋਕਾਂ ਦੇ ਸਾਹਮਣੇ, ਲਗਭਗ 70,000 ਕਰੋੜ ਰੁਪਈਆ ਜਿਹੜਾ ਬਾਹਰਲੇ ਮੁਲਕਾਂ ਜਾ ਰਿਹਾ ਪੰਜਾਬ ਦਾ, ਉਹਨੂੰ ਰੋਕਣ ਦਾ ਇੰਤਜ਼ਾਮ ਕਰੀਏ। ਤੇ ਉਹ ਕਿਹੜੇ ਰੋਕਣਾ? ਬੱਚੇ ਜਿਹੜੇ ਉਹ ਤਾਂ ਤੁਸੀਂ ਰੋਕਣਾ, ਨੌਕਰੀਆਂ ਦਿਓ, ਬਾਹਰ ਨਾ ਜਾ ਰਹੇ, ਉਹਨੂੰ ਰੋਕੀਏ। ਉਹਨਾਂ ਬੱਚਿਆਂ ਨੂੰ ਇੱਥੇ ਕੰਮ ਕਰਾ ਕੇ ਦਈਏ, ਇੱਥੇ ਜੌਬ ਓਪਰਚੁਨਿਟੀ ਜਾਂ ਬਿਜ਼ਨਸ ਓਪਰਚੁਨਿਟੀ ਕ੍ਰੀਏਟ ਕਰੀਏ। ਉਹ ਸਰਮਾਇਆ ਦੇਖੋ, ਗੱਲ ਸੁਣੋ, ਉਹ ਮਾਹੌਲ ਤੇ ਪੰਜਾਬੀਆਂ ਨੂੰ ਬਣਾਉਣਾ ਪੈਣਾ, ਸਰਕਾਰਾਂ ਨਹੀਂ ਬਣਾ ਸਕਦੀਆਂ ਮਾਹੌਲ। ਬੱਚੇ ਸਾਡੇ ਨੇ, ਸਰਕਾਰਾਂ ਥੋੜਾ ਭੇਜਦੀਆਂ ਮੈਂ ਬਾਹਰ। ਇਹ ਮਤਲਬ ਜੌਬ ਓਪਰਚੁਨਿਟੀ ਵੀ ਉਹ ਤਾਂ ਲੋਕਾਂ ਨੂੰ ਕਰਨਾ ਪੈਣਾ। ਜੇ 70,000 ਕਰੋੜ ਰੁਪਏ ਇੱਕ ਬੱਚੇ ਪਿੱਛੇ 20 ਲੱਖ ਰੁਪਈਆ ਇੱਕ ਸਵਾਲ ਲੈ ਲੈਣਾ, ਅਸੀਂ ਬਾਹਰ ਪੜਨ ਨੂੰ ਭੇਜ ਸਕਦੇ ਹਾਂ। ਇਕਬਾਲ ਸਿੰਘ ਜਿਹੜੀ ਇਹ ਗੱਲ ਕਰ ਇੱਥੇ ਕੰਮ ਨਹੀਂ ਕਰ ਸਕਦਾ। ਪੰਜਾਬੀਆਂ ਨੂੰ ਮਾਹੌਲ ਸਿਰਜਣਾ ਪੈਣਾ ਹੈ ਕਿ 70,000 ਕਰੋੜ ਰੁਪਈਆ ਲੈ ਕੇ ਅਸੀਂ ਬਾਹਰ ਜਾਂਦੇ ਆ ਤੇ ਅਸੀਂ ਇੱਥੇ ਕਿਉਂ ਨਹੀਂ ਕੰਮ ਕਰ ਸਕਦੇ? ਦੇਖੋ ਗੱਲ ਇਹ ਹੈ ਸੇਖੜੀ ਸਾਹਿਬ, ਪਹਿਲਾਂ ਇਹ ਦੱਸ ਦਿਓ ਵੀ ਸਰਕਾਰ ਕਾਹਦੇ ਵਾਸਤੇ ਹੁੰਦੀ? ਇਹ ਜਵਾਬ ਵੀ ਸਾਨੂੰ ਨਾਲ ਦੀ ਨਾਲ ਦੇ ਦਿਓ। ਚਲੋ ਲੋਕ ਤਾਂ ਆਪਣਾ ਕੰਮ ਕਰ ਰਹੇ, ਪੰਜਾਬੀ ਵੈਸੇ ਤਕੜੇ ਹੈਗੇ, ਪੰਜਾਬੀਆਂ ਨੂੰ ਤੁਹਾਤੋਂ ਸਲਾਹ ਲੈਣ ਦੀ ਲੋੜ ਨਹੀਂ। ਉਹ ਆਪਣੇ ਤੌਰ ਤੇ ਬੱਚਿਆਂ ਨੂੰ ਭੇਜ ਰਹੇ, ਤੁਹਾਤੋਂ ਕੁਝ ਨਹੀਂ ਮੰਗ ਰਹੇ, ਉਹ ਆਪਣੇ ਤੌਰ ਤੇ ਭੇਜ ਰਹੇ ਹੈਗੇ, ਚਾਹੇ ਲੋਨ ਲੈਣੇ, ਚਾਹੇ ਜ਼ਮੀਨ ਵੇਚਦੇ, ਕੁਝ ਵੀ ਕਰ ਰਹੇ, ਕਿਉਂਕਿ ਬੱਚੇ ਦੀ ਚਿੰਤਾ ਉਹਦੇ ਮਾਂ-ਬਾਪ ਨੂੰ ਆਪ ਹੁੰਦੀ ਹੈਗੀ। ਸਰਕਾਰਾਂ ਤੋਂ ਸਲਾਹ ਲੈਣ ਦੀ ਲੋੜ ਨਹੀਂ। ਪਰ ਸਰਕਾਰ ਕਿੱਥੇ ਹੈ? ਸਰਕਾਰ ਕਿਉਂ ਚੁਣਦੇ ਲੋਕ? ਸਰਕਾਰ ਨੇ ਕੀ ਕਰਨਾ ਹੁੰਦਾ ਮੈਨੂੰ ਉਹ ਦੱਸੋ ਪਹਿਲਾਂ। ਕਿਉਂਕਿ ਦੇਖੋ, ਤੁਸੀਂ ਲੋਕਾਂ ਨੂੰ ਦਿੱਤਾ ਕੀ ਹੈ? ਹੈਲਥ ਤੁਸੀਂ ਫ੍ਰੀ ਕਰੀ ਹੈ, ਐਜੂਕੇਸ਼ਨ ਦਿੰਦੇ ਤੁਸੀਂ, ਕੋਈ ਯੂਨੀਵਰਸਿਟੀ ਨਵੀਂ ਬਣਾਈ ਹੈ ਤੁਸੀਂ ਕੀਤਾ ਕੀ? ਮੈਨੂੰ ਦੱਸੋ। ਟੈਕਸ ਤੁਹਾਡੇ ਕੋਲ ਜਾਂਦਾ, ਟੈਕਸ ਦਾ ਕਰਦੇ ਕੀ ਹੈ ਤੁਸੀਂ? ਮੈਨੂੰ ਇਹ ਦੱਸੋ। ਤੁਸੀਂ ਪੈਨਸ਼ਨਾਂ ਤੱਕ ਨਹੀਂ ਘਟਾ ਸਕੇ, 4 ਪੈਨਸ਼ਨਾਂ ਲੈ ਰਹੇ, ਤੁਸੀਂ ਕਟੌਤੀ ਕਿੱਥੇ ਹੈ? ਹੁਣ ਦੱਸੋ 27 AC ਦਾ ਕੋਈ ਤੁਕ ਬਣਦਾ? ਇਹ ਮੈਨੂੰ ਤੁਸੀਂ ਇਹ ਗੱਲਾਂ ਤੇ ਤੁਸੀਂ ਫੋਕਸ ਨਹੀਂ ਕਰ ਰਹੇ। ਆਪਣੀ ਕਟੌਤੀਆਂ ਨਹੀਂ ਤੁਸੀਂ ਦੱਸ ਰਹੇ ਵੀ ਅਸੀਂ ਇੱਥੇ ਕਟੌਤੀ ਕਰ ਰਹੇ। ਮੁਲਾਜ਼ਮਾਂ ਦਾ ਰੋਣਾ ਰੋਈ ਜਾਂਦਾ, ਪੇ ਕਮਿਸ਼ਨ ਤਾਂ ਤੁਸੀਂ ਲਾਗੂ ਹੀ ਨਹੀਂ ਕਰਿਆ, ਕਹਿੰਦੇ ਸੈਂਟਰ ਨੇ। ਮਤਲਬ ਗੁੰਮਰਾਹ ਕਰਦੇ ਤੁਸੀਂ। ਆਪ ਦੱਸੋ, ਸਰਕਾਰ ਫੰਕਸ਼ਨ ਨਹੀਂ ਕਰ ਰਹੀ, ਸਰਕਾਰ ਕਰਦੀ ਕੀ ਹੁੰਦੀ ਹੈ? ਜੇ ਲੋਕ ਸਰਕਾਰ ਚੁਣਦੇ ਆ, ਸਾਡਾ ਟੈਕਸ ਦਾ ਪੈਸਾ ਤੁਹਾਡੇ ਕੋਲ ਜਾਂਦਾ, ਉਹ ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਕੀ ਮਿਲ ਰਿਹਾ, ਸਰਕਾਰ ਕੀ ਦਿੰਦੀ ਹੁੰਦੀ, ਤੁਸੀਂ ਦੱਸ ਦਿਓ। ਇਹ ਦੋ ਗੱਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਲੋਕ ਕੀ ਕਰਦੇ ਆ, ਲੋਕਾਂ ਪਰ ਛੱਡ ਦਿਓ। ਤੁਸੀਂ ਕੀ ਕਰਨਾ ਹੁੰਦਾ ਟੈਕਸ ਦੇ ਪੈਸੇ ਨਾਲ? ਇਹ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਇਕਬਾਲ ਸਿੰਘ, ਜਿਹੜੇ ਤੁਹਾਡੇ ਤੋਂ ਸਵਾਲ ਪੁੱਛ ਰਹੇ ਨੇ। ਇਕਬਾਲ ਸਿੰਘ ਜੀ, ਤੁਸੀਂ ਮੇਰੀ ਗੱਲ ਸੁਣੋ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਦਿੱਲੀ 'ਚ ਕੀ ਹੋ ਰਿਹਾ। ਇਸ ਪਿੱਛੇ ਤੁਹਾਡੀ ਸਰਕਾਰ ਉੱਥੇ ਕੀ ਕਰ ਰਹੀ ਹੈ ਸਾਨੂੰ ਵੀ ਪਤਾ। ਮੈਂ ਉਹੀ ਕਰ ਦੋ, ਤੁਸੀਂ ਦਿੱਲੀ ਵਾਲਾ ਹੀ ਕਰ ਦੋ, ਤੁਸੀਂ ਦਿੱਲੀ ਵਾਲਾ ਹੀ ਕਰ ਦੋ। ਤੁਹਾਡਾ ਬਹੁਤ ਸ਼ੁਕਰੀਆ। ਸਾਰੇ ਸੂਝਵਾਨ ਲੋਕ ਬੈਠੇ, ਆਪਾਂ ਇਸ਼ੂਜ਼ ਜਿਹੜੇ ਆ ਉਹ ਡਿਸਕਸ ਕਰੀਏ। ਟੈਲੀਵਿਜ਼ਨ ਨਹੀਂ, ਜਵਾਬ ਨਹੀਂ ਦੇ ਰਹੇ ਤੁਸੀਂ। ਸਰਕਾਰ ਦਾ ਦੱਸੋ ਕੀ ਕਰਦਾ, ਕੀ ਫਰਕ ਹੁੰਦਾ? ਕੇਜਰੀਵਾਲ ਕਹਿੰਦਾ ਸੀਗਾ ਕਿ ਮੈਂ ਐਲਟੋ 'ਚ ਹੀ ਰਵਾਂਗਾ ਐਜ਼ ਚੀਫ ਮਿਨਿਸਟਰ, ਤੇ ਉਹਨੇ ਗੱਡੀਆਂ ਨਹੀਂ ਲਿੱਤੀਆਂ ਨਵੀਆਂ, ਲਈਆਂ। ਬਜਟ ਸਰਪਲਸ ਹੈ ਉਹਦੇ ਕੋਲ। ਕੇਜਰੀਵਾਲ ਬਜਟ ਦਾ ਰੋਣਾ ਰੋ ਰਹੇ, ਉਹਦੇ ਕੋਲ ਬਜਟ ਦਾ ਰੋਣਾ ਨਹੀਂ ਹੈ। ਜਹਾਜ਼ ਖਰੀਦ ਲਵੇ ਕੇਜਰੀਵਾਲ, ਲੋਕਾਂ ਨੂੰ ਪੂਰੀ ਦੇ ਰਿਹਾ।
ਤੁਸੀਂ ਲੋਕਾਂ ਨੂੰ ਕੀ ਦੇ ਰਹੇ ਜਿਹੜਾ ਤੁਹਾਡਾ ਖਜ਼ਾਨਾ ਖਾਲੀ ਹੈ? ਕਰਦਾ ਕੀ ਮੁੱਲ ਹੈ? ਨਹੀਂ ਖਜ਼ਾਨਾ ਤੁਹਾਡਾ ਖਾਲੀ ਹੈ, ਲੋਕਾਂ ਨੂੰ ਕੀ ਦਿੱਤਾ ਉਹਦਾ ਦੱਸੋ, ਉਹਦਾ ਨਹੀਂ ਤੁਸੀਂ ਦੱਸ ਰਹੇ। ਕੇਜਰੀਵਾਲ ਕੋਲ ਬਜਟ ਸਰਪਲਸ ਹੈ, ਲੋਕਾਂ ਨੂੰ ਫੈਸਿਲਿਟੀ ਦੇ ਕੇ ਬਜਟ ਸਰਪਲਸ ਹੈ, ਚਾਹੇ ਜਹਾਜ਼ ਖਰੀਦ ਲਵੇ ਉਹ, ਪਰ ਉਹ ਨਹੀਂ ਖਰੀਦ ਰਿਹਾ। ਤੁਸੀਂ ਦੱਸੋ ਤੁਹਾਡਾ ਖਜ਼ਾਨਾ ਕਿੱਥੇ ਜਾ ਰਿਹਾ? ਅਸੀਂ ਤੇ ਬੇਸਿਕਲੀ ਐਗਰੀਕਲਚਰ ਐਗਰੋ ਬੇਸਡ ਸਟੇਟ ਹੈਗੇ ਆ। ਐਗਰੀਕਲਚਰ ਜਿਹੜੇ ਸਾਡੇ ਫਾਰਮਰਸ ਨੇ ਉਹ ਟੈਕਸ ਨਹੀਂ ਦਿੰਦੇ ਹੁੰਦੇ, ਕਿਉਂਕਿ ਖਰਚਾ ਤਾਂ ਕਰਦੇ ਕਿਤੇ, ਜੀਐਸਟੀ ਆਉਂਦਾ ਕਿ ਨਹੀਂ ਆਉਂਦਾ? ਸਾਨੂੰ ਆਪਣਾ ਕਿਸਾਨ ਆਪਣੇ ਘਰ ਨਹੀਂ ਰੱਖਦਾ ਪੈਸਾ, ਖਰਚਾ ਕਰਦਾ, ਉਹਦਾ ਟੈਕਸ ਕਲੈਕਸ਼ਨ ਜਾਂਦਾ ਕਿ ਨਹੀਂ? ਪੈਗੀ ਇੱਥੇ ਇੰਡਸਟਰੀ ਲਿਆਣੀ ਪੈਗੀ, ਇੱਥੇ ਬਿਜ਼ਨਸ ਵਧਾਉਣਾ ਪਏਗਾ। ਜੇ ਕਿਸਾਨ ਦੇ ਘਰ ਪੈਸਾ ਜਾਂਦਾ ਉਹਦਾ ਕਿਤੇ ਖਰਚਾ ਹੁੰਦਾ ਕਿ ਨਹੀਂ? ਜੀਐਸਟੀ ਜਾਂਦਾ ਕਿ ਨਹੀਂ? ਚਲੋ ਇੱਕ ਮਿੰਟ ਆਪਾਂ ਮੁੱਦੇ ਤੇ ਦੁਬਾਰਾ ਆਉਂਦਾ ਹੀ ਨਹੀਂ ਪਿਆ। ਪੰਜਾਬ ਸਰਕਾਰ ਨੂੰ ਕਿਹਨਾਂ ਲਿਆਉਣਾ? ਮੁੱਦੇ ਤੇ ਆਈਏ ਸੈਕਟਰੀ ਸਾਹਿਬ, ਇੱਕ ਮਿੰਟ ਆਇਆ ਮੈਂ ਵਾਪਸ ਤੁਹਾਡੇ ਕੋਲ। ਮੈਂ ਇੱਕ ਰਿਐਕਸ਼ਨ ਬਾਲੀ ਸਾਹਿਬ ਤੋਂ ਸਾਰਾ ਉੱਥੇ ਰੱਖ ਗਈ ਕੇਂਦਰ ਸਰਕਾਰ। ਠੀਕ ਹੈ, ਮੈਂ ਆਂਦਾ ਇੱਕ ਮਿੰਟ ਵਾਪਸ। ਬਾਲੀ ਸਾਹਿਬ ਗੱਲ ਇਹ ਹੈ ਕਿ ਸੂਬੇ ਨੇ ਕਿਤੇ ਨਾ ਕਿਤੋਂ ਤਾਂ ਮਾਲੀਆ ਇਕੱਠਾ ਕਰਨਾ ਹੀ ਹੈ। ਹੁਣ ਜਿਵੇਂ ਪਹਿਲਾਂ ਗੱਲ ਇਹ ਆਈ ਸੀ ਕਿ ਜੀਐਸਟੀ ਦਾ ਪੈਸਾ ਕਦੇ ਰੁਕ ਜਾਂਦਾ, ਜਿਸ ਕਰਕੇ ਹਾਲਾਤ ਖਰਾਬ ਹੋ ਜਾਂਦੇ ਨੇ, ਉਹਦੇ ਪਿੱਛੇ ਕਾਰਨ ਕੋਈ ਵੀ XYZ ਹੋਵੇ, ਪਰ ਜਦੋਂ ਵੀ ਕਿਸੇ ਸੂਬੇ ਨੇ ਤਰੱਕੀ ਕਰਨੀ ਹੈ ਤਾਂ ਮਾਲੀਆ ਵਧਾਣਾ ਹੀ ਵਧਾਣਾ। ਉਹ ਮਾਲੀਆ ਵਧੇਗਾ ਕਿਵੇਂ? ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ, ਹੁਣ ਤੁਹਾਡੇ ਸਾਹਮਣੇ EMPLOYE ਯੂਨੀਅਨ ਦੇ ਬੰਦੇ ਨੇ ਕਹਿ ਦਿੱਤਾ ਕਿ ਤੁਸੀਂ ਪ੍ਰੋਫੈਸ਼ਨਲ ਟੈਕਸ ਲਗਾ ਦਿੱਤਾ 200 ਰੁਪਏ, ਉਹ ਵੀ ਮਾਲੀਆ ਵਧਾਉਣ ਦੀ ਇੱਕ ਕੋਸ਼ਿਸ਼ ਸੀਗੀ। ਫਿਰ ਆਪਾਂ ਦੋਵੇਂ ਪਾਸੇ ਕਿਵੇਂ ਹੋ ਸਕਦੇ ਹਾਂ? ਨਾ ਤਾਂ ਅਸੀਂ ਕਹਿੰਦੇ ਕਿ ਸਾਡੇ ਤੇ ਕੋਈ ਟੈਕਸ ਲਾਇਆ ਜਾਵੇ, ਨਾ ਅਸੀਂ ਕਹਿੰਦੇ ਕਿ ਸਾਡੇ ਸੁਧਾਰ ਨਾ ਹੋ। ਦੇਖੋ ਮੇਰੇ ਵੀਰ ਪੱਤਰਕਾਰ ਸਾਹਿਬਾਨ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਸਾਨੂੰ ਜਿਹੜਾ ਸ਼ਰਾਬ ਤੋਂ ਜਿਹੜਾ ਹੈਗਾ ਰੈਵਨਿਊ ਸਾਡਾ ਵੱਧ ਸਕਦਾ ਹੈ। ਸਿੱਖੜੀ ਸਾਹਿਬ ਮਾਨਯੋਗ ਮੰਤਰੀ ਵੀ ਰਹੇ ਨੇ, ਸਭ ਕੁਝ ਉਹਨਾਂ ਨੂੰ ਪਤਾ ਹੈਗਾ ਇਸ ਗੱਲ ਦਾ। ਉਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਮਾਈਨਿੰਗ ਦਾ ਚਾਹ ਰਿਹਾ, ਜਿੱਥੋਂ ਆਪਾਂ ਜਨਰੇਟ ਕਰਨਾ, ਜਿੱਥੋਂ ਆਪਾਂ ਨੇ ਰੈਵਨਿਊ, ਉੱਥੇ ਕੀ ਹੋ ਰਿਹਾ ਸਰਕਾਰ? ਮੈਂ ਹੁਣ ਨਾਂ ਦੱਸ ਦਿਆਂ ਉਹਨਾਂ ਦੇ ਵੀ ਕੀ ਕਰ ਰਹੇ ਨੇ, ਕਿੰਨਾ ਵੱਡਾ ਚੂਨਾ ਲਾ ਰਹੇ ਨੇ ਪੰਜਾਬ ਦੇ ਵਿੱਚ। ਤੁਸੀਂ ਫਾਰਮਰ ਦੀ ਗੱਲ ਕੀਤੀ ਮਾਨਯੋਗ ਸਿੱਖੜੀ ਸਾਹਿਬ, ਤੁਸੀਂ ਇੰਨੀ ਗੱਲ ਕਹੀ ਕਿ ਫਾਰਮਰ ਸਟੇਟ ਹੈਗੀ ਹੈ, ਇੱਥੇ ਦੇ ਕਿਸਾਨਾਂ ਵਾਸਤੇ ਕੰਮ ਕਰਨਾ। ਤੁਸੀਂ ਮਾਨਯੋਗ ਇਹ ਦੱਸ ਦਿਓ ਕਿ ਕਿਸਾਨਾਂ ਵਾਸਤੇ ਤੁਸੀਂ 3 ਸਾਲ 'ਚ ਕੀ ਕੀਤਾ? ਤੁਸੀਂ ਜੋ ਕਿਸਾਨਾਂ ਦਾ ਵਾਅਦਾ ਕੀਤਾ ਸੀ, ਕਿਆ ਤੁਸੀਂ ਉਹਨਾਂ ਦਾ ਕੋਈ ਕੰਮ ਕੀਤਾ? ਅੱਜ ਗੰਨਾ ਕਿਸਾਨਾਂ ਦਾ ਕੀ ਹਾਲ ਹੈ ਤੇ ਦੂਜੇ ਕਿਸਾਨਾਂ ਦਾ ਕੀ ਹਾਲ ਹੈ, EMPLOYEES ਦਾ ਕੀ ਹਾਲ ਹੈ, ਸਟੂਡੈਂਟਸ ਦਾ ਕੀ ਹਾਲ ਹੈ, ਟੀਚਰਸ ਦਾ ਕੀ ਹਾਲ ਹੈ, ਨਰਸਿਸ ਦਾ ਕੀ ਹਾਲ ਹੈ, ਬਿਜ਼ਨਸਮੈਨ ਜਿਹੜੇ ਇੰਡਸਟਰੀਜ਼ ਨੇ ਉਹਨਾਂ ਦਾ ਕੀ ਹਾਲ ਹੈ? ਮੈਂ ਫਿਰ ਹੱਥ ਜੋੜ ਕੇ ਇੰਡਸਟਰੀਜ਼ ਨੂੰ ਬੇਨਤੀ ਕਰਦਾ ਕਿ ਤੁਸੀਂ ਬਿੱਲ ਵਧਾਏ। ਤੁਸੀਂ ਕਿਹਾ ਸੀ ਉਦੋਂ ਆਪਣੇ 61 ਵਾਅਦਿਆਂ ਦੇ ਵਿੱਚ, 161 ਵਾਅਦਿਆਂ 'ਚ ਕਿ ਅਸੀਂ ਬਿੱਲ ਘਟਾਵਾਂਗੇ ਜਦੋਂ ਅਸੀਂ ਆ ਜਾਵਾਂਗੇ, ਤੇ ਤੁਸੀਂ ਉਹਨਾਂ ਦਾ ਬਿੱਲ ਵਧਾਤਾ। ਫਿਰ ਵੀ ਅਸੀਂ ਇੰਡਸਟਰੀ ਵਾਲਿਆਂ ਨੂੰ, ਜੇ ਤੁਸੀਂ ਆਪ ਹੀ ਇੰਨੀ ਗੱਲ ਕਿ ਇੰਡਸਟਰੀ ਵਾਲੇ ਜਿਹੜੇ ਹੈਗੇ ਨੇ ਟੈਕਸ ਪ੍ਰਾਪਰ ਦੇ ਰਹੇ ਨੇ, ਫਿਰ ਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਜੇ ਫਿਰ ਵੀ ਸਰਕਾਰ ਨੂੰ ਟੈਕਸ ਦੇ ਰਹੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਕੀ ਦਿੱਤਾ? ਤੁਸੀਂ ਤਾਂ ਇੰਡਸਟਰੀਆਂ ਬੰਦ ਕਰਤੀਆਂ। ਹੁਣ ਤੁਸੀਂ ਐਡਾ ਵੱਡਾ ਸੰਮੇਲਨ ਕਰਤਾ ਇੱਥੇ, ਮਾਨਯੋਗ ਮੁੱਖ ਮੰਤਰੀ ਜੀ ਨੇ ਕੀ ਕਰ ਲਿਆ ਜੀ ਉੱਥੇ? ਤੁਸੀਂ ਇੰਡਸਟਰੀ ਬਾਹਰੋਂ ਇੱਥੇ ਲਿਆ ਰਹੇ ਹੋ ਤੇ ਜਿਹੜੀ ਇੱਥੇ ਦੀ ਇੰਡਸਟਰੀ ਹੈ ਉਹਦਾ ਕੀ ਕਰ ਰਹੇ ਹੋ? ਉਹ ਇੰਡਸਟਰੀਆਂ ਤੇ ਬੰਦ ਹੋ ਰਹੀਆਂ ਨੇ, ਉਹਨਾਂ ਕੋਲ ਤੇ ਪੈਸਾ ਚੁਕਾਇਆ ਨਹੀਂ ਜਾ ਰਿਹਾ ਬੈਂਕਾਂ ਦਾ, ਉਹਨਾਂ ਕੋਲ ਤੇ ਕੰਮ ਨਹੀਂ ਹੈਗਾ। ਤੁਸੀਂ ਕੀ ਜਨਰੇਟ ਕਰਕੇ ਦਿੱਤਾ 3 ਸਾਲ 'ਚ ਉਹਨਾਂ ਨੂੰ? ਤੁਸੀਂ ਇੱਕ ਗੱਲ ਜ਼ਰੂਰ ਕੀਤੀ, ਸੈਂਟਰ ਸਾਨੂੰ ਪੈਸਾ ਨਹੀਂ ਦਿੰਦਾ, ਮੋਦੀ ਜੀ ਸਾਨੂੰ ਪੈਸਾ ਨਹੀਂ ਦਿੰਦੇ। 2000 ਕਰੋੜ ਆ ਗਿਆ, 2000 ਕਰੋੜ ਦੇ ਨਾਲ। ਅੱਛਾ ਬਾਲੀ ਸਾਹਿਬ ਨਾਰੀ ਗੱਲ ਜਿਹੜੀ ਜਿਹੜੀਆਂ ਗੱਲਾਂ ਤੁਹਾਨੂੰ ਕਹੀਆਂ ਨੇ ਸਾਹਿਬ ਨੇ ਕਹੀ ਹੈ ਕਿ ਇਹ ਛੋਟੀਆਂ ਗੱਲਾਂ ਨੇ, ਏਸੀ ਗੀਜ਼ਰ ਲੱਗਣੇ, ਮੈਂ ਉਹਨਾਂ 'ਚ ਨਹੀਂ ਜਾਂਦਾ। ਕੀ ਤੁਹਾਨੂੰ ਛੋਟੀ ਗੱਲ ਲੱਗਦੀ ਹੈ? ਨਹੀਂ ਸਰਕਾਰ, ਮੈਂ ਤੇ ਸਿਰਫ ਇੱਕ ਗੱਲ ਕਹਾਂਗਾ, ਆਪ ਵੀ ਮੰਤਰੀ ਰਹੇ ਨੇ ਜੱਦੀ ਉਹਨਾਂ ਨੇ ਗੱਲ ਕੀ, ਅਗਰ ਹੁਣ ਆਪਾਂ 27 ਏਸੀ ਲਾਵਾਂਗੇ, ਸਰਕਾਰ 7 ਲੱਖ 10 ਲੱਖ ਬਿੱਲ ਵੀ ਤੇ ਆਏਗਾ ਨਾ, ਪਰ ਆਪਾਂ 10 ਲੱਖ ਬਿੱਲ ਘਟਾ ਦਈਏ ਸਰ, ਆਪਾਂ ਛੱਡ ਦਈਏ। ਮਾਨਯੋਗ ਮੰਤਰੀ ਜੀ ਕਹਿ ਦੇਣ, ਖਾਲੀ ਮੰਤਰੀ ਜੀ ਕਹਿ ਦੇਣ ਜੀ ਮੇਰੇ ਕੋਲ ਤੇ ਪੈਸੇ ਨਹੀਂ ਹੈਗੇ ਦੇਣਾ ਸੇ, ਮੈਂ 10 ਲੱਖ ਕਿਉਂ ਦਿਆਂ? ਅਸੀਂ ਏਸੀ ਉਧਾਰ, ਠੀਕ ਹੈ ਏਸੀ ਚਾਹੀਦਾ, ਨੋ ਡਾਊਟ, ਅੱਜ ਦੀ ਗਰਮੀ ਦੇ ਵਿੱਚ ਚਾਹੀਦਾ। ਤੇ ਤੁਸੀਂ ਇਹ ਦੱਸੋ ਵੀ ਏਸੀ 4 ਵੀ ਲੱਗ ਸਕਦੇ ਨੇ, 6 ਵੀ ਲੱਗ ਸਕਦੇ ਨੇ, ਉਹ 27 ਏਸੀ ਹੈ? ਇਜ਼ ਇਟ ਪੋਸੀਬਲ ਕਿ ਆਪਾਂ 27 ਏਸੀ ਦੇ ਨਾਲ ਆਪਾਂ ਸੋਚ ਸਕਦੇ ਹਾਂ? ਉਸ ਤੋਂ ਇੰਨੀਆਂ ਵੱਡੀਆਂ ਰਜਾਈਆਂ ਲੈ ਕੇ ਸੋਣਾ ਆਪਾਂ ਨੇ? ਕਿਉਂ? ਇਹ ਖਰਚੇ ਹੈਗੇ ਨੇ ਸਰ। ਅੱਜ ਤੁਸੀਂ ਇਹ ਕਹਿ ਰਹੇ ਹੋ 20 ਗੱਡੀਆਂ ਆ ਰਹੀਆਂ, ਕਹਿੰਦੇ 20 ਲੱਖ ਰੁਪਏ ਦੀ ਇੱਕ ਗੱਡੀ ਹੈ ਇੰਡੋਵਰ ਜਿਹੜੀ ਆ ਰਹੀ ਹੈ। ਹੁਣ ਤੁਸੀਂ ਦੱਸ ਦਿਓ ਕਿੰਨਾ ਪੈਸਾ ਹੋ ਗਿਆ। ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਲੋਕ ਮਰ ਗਏ ਬਲਾਸਟ ਦੇ ਵਿੱਚ, ਬਟਾਲੇ ਦੇ ਵਿੱਚ, ਤੁਸੀਂ ਤਾਂ ਆਪ ਬਟਾਲੇ ਦੇ ਵਿੱਚ ਸੀ, ਤੁਹਾਨੂੰ ਪਤਾ ਤੁਸੀਂ ਵੀ ਡਿਮਾਂਡ ਕੀਤੀ ਸੀ ਉਦੋਂ ਕਿ 10 ਲੱਖ ਰੁਪਏ ਦੇਣਾ ਚਾਹੀਦਾ, 2 ਲੱਖ ਰੁਪਏ ਚ ਮਾਨਯੋਗ ਮੁੱਖ ਮੰਤਰੀ ਔਰ ਰੈੱਡ ਕਾਰਪੇਟ ਵਿਛਾਏ ਤੁਸੀਂ ਉੱਤੇ। ਤੁਸੀਂ ਦੇਖੋ ਇਹ ਛੋਟੀਆਂ ਚੀਜ਼ਾਂ ਤਾਜ ਖੋਲ ਲੈਂਦੀਆਂ ਨੇ। ਜਵਾਬ ਲੈ ਲਈਏ ਸੈਕਟਰੀ, ਇਹ ਤਾਜ ਖੋਲ ਲੈਂਦੀਆਂ ਨੇ ਸਰਕਾਰ ਜਿਨ੍ਹਾਂ ਨੇ ਤੁਹਾਨੂੰ ਤਾਜ ਦਿੱਤੇ ਨੇ, ਉਹਨਾਂ ਵਾਸਤੇ ਤੁਸੀਂ ਕੀ ਕੀਤਾ? ਇਹਦਾ ਜਵਾਬ ਦਿਓ ਮਾਨਯੋਗ ਸੈਕਟਰੀ ਸਾਹਿਬ। ਸ਼ਾਇਦ ਤੁਹਾਨੂੰ ਛੋਟੀ ਗੱਲ ਲੱਗੇ, ਮੈਨੂੰ ਵੀ ਹੋ ਸਕਦਾ ਛੋਟੀ ਗੱਲ ਲੱਗੇ ਜਾਂ ਬਾਕੀਆਂ ਨੂੰ ਵੀ ਲੱਗੇ, ਪਰ ਮੈਨੂੰ ਲੱਗਦਾ ਕਿ ਆਮ ਲੋਕਾਂ ਨੂੰ ਇਹ ਛੋਟੀ ਗੱਲ ਨਹੀਂ ਲੱਗਦੀ। ਨਹੀਂ ਛੋਟੀ ਹੈ ਹੀ ਨਹੀਂ ਸਰ। 27 ਏਸੀ ਲੱਗੇ ਹੋਣ ਜਾਂ 14-15 ਗੀਜ਼ਰ ਲੱਗੇ ਹੋਣ, ਇੱਕ ਆਮ 10,000 ਰੁਪਏ ਕਮਾਉਣ ਵਾਲਾ, ਮਹੀਨਾ ਕਮਾਉਣ ਵਾਲਾ, ਜਾਂ ਇੱਕ ਮੁਲਾਜ਼ਮ 20,000 ਰੁਪਏ ਮਹੀਨਾ ਕਮਾਉਣ ਵਾਲਾ, ਉਹ ਜ਼ਰੂਰ ਸੋਚੇਗਾ ਕਿ ਇਹ ਮੰਤਰੀ ਸਾਹਿਬਾਨ ਤਾਂ ਪੂਰੇ ਠਾਠ 'ਚ ਰਹਿ ਰਹੇ ਨੇ, ਫਿਰ ਵੀ ਕਹਿੰਦੇ ਨੇ ਖਜ਼ਾਨਾ ਖਾਲੀ ਹੈ। ਨਹੀਂ ਹਰਪ੍ਰੀਤ, ਦੇਖੋ ਗੱਲ ਸੁਣੋ, ਤੁਸੀਂ ਮੁੜ ਜੁੜ ਕੇ ਫਿਰ ਉਸੇ ਗੱਲ ਤੇ ਆ ਰਹੇ ਹੋ। ਮਨਪ੍ਰੀਤ ਜੀ ਦੀ ਕੋਠੀ ਦੀ, ਉਹ ਕੋਠੀ ਸਰਕਾਰੀ ਕੋਠੀ ਹੈ,
ਔਰ ਮੈਂ ਤੁਹਾਨੂੰ ਕਿਹਾ ਹੈਗਾ ਕਿ ਉਹ ਟੈਕਨੀਕਲ ਮੈਟਰ ਹੁੰਦਾ ਵਾ, ਕਿਹੜੇ ਕਮਰੇ 'ਚ ਕਿੰਨੇ ਏਸੀ ਲੱਗਣੇ ਆ, ਉਹ ਟੈਕਨੀਸ਼ੀਅਨ ਨੇ ਦੱਸਣਾ ਹੁੰਦਾ, ਮਿਨਿਸਟਰ ਨੇ ਨਹੀਂ ਦੱਸਣਾ ਹੁੰਦਾ। ਮੈਂ ਖੁਦ ਮਿਨਿਸਟਰ ਰਿਹਾ, ਅਸੀਂ ਤਾਂ ਕਦੀ ਕਿਹਾ ਹੀ ਨਹੀਂ ਸੀਗਾ ਕਿ ਏਸੀ ਲਾ ਕੇ ਨਾ ਲਾ। ਉਹ ਫੈਸਿਲਿਟੀ ਜਿਹੜੀ ਆ ਘਰ ਨੂੰ ਦੇਣੀ ਆ, ਉਹ ਡਿਪਾਰਟਮੈਂਟ PWD ਹੈ ਜਾਂ ਦੂਸਰਾ ਡਿਪਾਰਟਮੈਂਟ ਜਿਹੜਾ ਵੀ ਡਿਪਾਰਟਮੈਂਟ ਹੈ ਉਹਨੇ ਲਗਾ ਕੇ ਦੇਣਾ ਹੁੰਦਾ। ਤੇ ਅਸੀਂ ਉਸ ਚੀਜ਼ ਨੂੰ ਕ੍ਰਿਟਿਸਾਈਜ਼ ਕਰਕੇ ਛੋਟਾ ਜਿਹਾ ਜਵਾਬ ਲੈਣਾ, ਗੱਡੀ ਵੀ ਤਾਂ ਛੱਡੀ ਹੈ ਨਾ ਮਨਪ੍ਰੀਤ ਨੇ, ਸੈਕਟਰੀ ਸਾਹਿਬ ਜਦੋਂ ਅਸੀਂ ਕਹਿੰਦੇ ਆ ਕਿ ਮੇਰੇ ਮਨ ਦੀ ਆਵਾਜ਼ ਹੈ ਕਿ ਮੈਂ ਸਹੂਲਤਾਂ ਛੱਡ ਰਿਹਾ, ਫਿਰ ਇਹ ਮਨ ਦੀ ਆਵਾਜ਼ ਨਹੀਂ ਹੈ ਕਿ ਮੈਂ 27 ਏਸੀ ਵੀ ਛੱਡ ਦੇਵਾਂ? ਨਹੀਂ ਜਾਤੀ ਹੋ ਜਾਏਗੀ, 4 ਤੇ ਚਾਹੀਦੇ ਨੇ ਨਾ ਜੀ 4-5 ਤੇ ਏਸੀ ਚਾਹੀਦੇ ਨੇ ਨਾ ਉਹਨਾਂ ਨੂੰ, ਕੋਈ ਗੱਲ ਨਹੀਂ ਸਰ, ਇੰਨੀ ਤਾਂ ਹੁੰਦੀ ਹੈ। ਅੱਛਾ, ਮੈਂ ਤੁਹਾਡਾ ਮੈਸੇਜ ਦੇ ਦਾਂਗਾ ਉਹਨਾਂ ਨੂੰ। ਠੀਕ ਹੈ, ਮੈਂ ਤੁਹਾਡਾ ਮੈਸੇਜ ਮਨਪ੍ਰੀਤ ਹੋਰਾਂ ਨੂੰ ਜ਼ਰੂਰ ਦੇ ਦਾਂਗਾ। ਗੱਲ ਇਹ ਹੈ ਜੀ ਜੀ, ਇਹ ਨਹੀਂ ਹੁੰਦਾ ਵੀ ਇੰਨੇ ਨਾਲ ਕੋਈ ਖਰਚਾ ਸਰਕਾਰ ਜ਼ਿਆਦਾ ਦੇ ਖਜ਼ਾਨੇ ਖਾਲੀ ਦੇ ਉੱਤੇ ਕਾਰਨ ਲੱਭੀਏ ਕਿ ਕੀ ਕਾਰਨ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਪੈਸੇ ਨਹੀਂ ਦੇ ਰਹੀ। ਨਹੀਂ ਸਰ ਨਹੀਂ, ਬਿਲਕੁਲ ਇਹ ਥੋਪਣ ਵਾਲੀ ਗੱਲ ਹੈ ਮਾਨਯੋਗ ਸੈਕਟਰੀ ਸਾਹਿਬ, ਇਹ ਥੋਪਣ ਵਾਲੀ ਗੱਲ ਹੈ। ਤੁਸੀਂ ਇਹ ਕਹੋ ਕਿ BJP ਸਰਕਾਰ ਸੈਂਟਰ 'ਚ ਬੈਠੀ ਹੈ, ਤੁਹਾਡੇ ਨਾਲ ਵਿਤਕਰਾ। ਮੈਂ ਤੇ ਤੁਹਾਨੂੰ ਕਿਹਾ ਫਲੱਡ ਆਏ ਨੇ, 1000 ਕਰੋੜ ਰੁਪਏ ਦਿੱਤਾ, ਤੁਸੀਂ ਅੱਜ ਵੀ ਆ ਜਾਓ, ਇਹਨਾਂ ਦੀ ਟੀਮ ਆ ਜਾਏ, ਦਿਖਾ ਦਿੰਦੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਨਾਸ ਹੋਈਆਂ ਨੇ, ਜਿਹੜੇ ਲੋਕਾਂ ਦੀ ਕੈਜੂਅਲਟੀ ਹੋਈਆਂ ਨੇ, ਜਿਨ੍ਹਾਂ ਦੇ ਕੋਠੇ ਚਲੋ ਬਾਕੀ ਸਾਰੀ ਗੱਲਾਂ ਛੱਡ ਦਿੰਦੇ। ਸੈਕਟਰੀ ਸਾਹਿਬ, ਆਪਣੇ ਕੋਲ ਤੁਸੀਂ ਮੰਤਰੀ ਰਹੇ ਹੋ, ਸਾਡੇ ਕੋਲ ਬੜੇ ਐਸੇ ਡਿਪਾਰਟਮੈਂਟ ਨੇ ਜਿਹੜੇ ਕਮਾ ਕੇ ਸਾਨੂੰ ਦੇ ਸਕਦੇ ਨੇ ਔਰ ਜਿਨ੍ਹਾਂ ਦੀ ਕਮਾਈ ਕਦੇ ਘਟ ਨਹੀਂ ਸਕਦੀ, ਜਿਨ੍ਹਾਂ ਦੇ ਵਿੱਚ ਸ਼ਰਾਬ ਹੈ, ਜਿਨ੍ਹਾਂ ਦੇ ਵਿੱਚ ਮਾਈਨਿੰਗ ਹੈ, ਜਿਨ੍ਹਾਂ ਦੇ ਵਿੱਚ ਹੋਰ ਚੀਜ਼ਾਂ ਨੇ। ਆਪਾਂ ਉਧਰ ਧਿਆਨ ਹੀ ਨਹੀਂ ਦੇ ਪਾ ਰਹੇ। ਉਧਰੋਂ ਰੈਵਨਿਊ ਸਾਡਾ ਸਰਪਲਸ ਹੋਣਾ ਚਾਹੀਦਾ, ਵਧਣਾ ਚਾਹੀਦਾ, ਪਰ ਉਹ ਮਾਈਨਸ ਵੱਲ ਜਾ ਰਿਹਾ, ਘਾਟੇ ਵੱਲ ਜਾ ਰਿਹਾ। ਨਹੀਂ ਦੇਖੋ, ਜਿਹੜਾ ਰੈਵਨਿਊ ਜਿਹੜਾ ਲਿਕਰ ਦਾ ਰੈਵਨਿਊ ਆ ਉਹ ਤੇ ਵੱਧਦਾ ਹੀ ਪਿਆ, ਹਰ ਸਾਲ ਵੱਧਦਾ ਹੀ ਪਿਆ ਹੈਗਾ ਵਾ। ਉਹ ਤੇ ਮਿਨੀਮਮ ਜਿਹੜੀ ਵਧੋਤਰੀ ਕਰਨੀ ਪੈਂਦੀ ਹੈ ਸਰਕਾਰ ਨੂੰ, ਉਹ ਕਰਦੀ ਪਈ ਹੈ। ਉਹ ਤੁਸੀਂ ਡਾਟਾ ਜਿਹੜਾ ਚੈੱਕ ਕਰ ਲੈਣਾ, ਉਹ ਵਧਿਆ ਹੀ ਹੈ। ਮੈਂ ਸੈਕਟਰੀ ਸਾਹਿਬ ਡਾਟਾ ਚੈੱਕ ਕਰਕੇ ਹੀ ਦੱਸ ਰਿਹਾ, ਔਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਹਰ ਵਾਰ ਜਿਹੜੀ ਵਾਧੇ ਦੀ ਫੀਸਦ ਹੈਗੀ ਹੈ ਉਹ 20 ਤੋਂ 22% ਰਹੀ ਹੈ, ਪਰ ਇਸ ਵਾਰ ਵਾਧੇ ਦੀ ਫੀਸਦ ਤੁਸੀਂ ਚੈੱਕ ਕਰ ਲਿਓ ਸਿਰਫ 7% ਰਹੀ ਹੈ। तो मैं आंकड़े चेक करने तो बिना नहीं बोल रहा, मैं आंकड़े चेक करके ही तुहानूं दस रहा। इस करके थोड़ा जिहा समझना बड़ा जरूरी है कि या तो पंजाबियों ने शराब पीनी बंद कर दी है या गुआढ़ी सूबे च जाके शराब पी रहे हैं। देखो देखो पंजाब दे शराब जिहड़ी चल रही है, मैं तो खुद शराब कभी जिंदगी नहीं पीती, मैं समझना इहदा चलन घटना चाहिए। ਤੇ ਰਿਕੁਐਸਟ ਕਰਾਂਗਾ ਕਿ ਸ਼ਰਾਬ ਘੱਟ ਪੀਣੀ, ਨਸ਼ੇ ਘੱਟ ਕਰਨੇ ਚਾਹੀਦੇ। ਸਾਡੇ ਸੱਭਿਆਚਾਰ ਦੇ ਵਿੱਚ ਨਸ਼ੇ ਦਾ ਨਾਮ ਹੀ ਨਹੀਂ। ਸਾਡੇ ਗੁਰਬਾਣੀ ਬੜੇ ਚੰਗੇ ਸਿਆਸਤਦਾਨ ਹੋ ਸੈਕਟਰੀ ਸਾਹਿਬ, ਤੁਸੀਂ ਬੜੇ ਚੰਗੇ ਸਿਆਸਤਦਾਨ ਹੋ। 2 ਮਿੰਟ ਪਹਿਲਾਂ ਤੁਸੀਂ ਕਹਿ ਕੇ ਹਟੇ ਹੋ ਕਿ ਸ਼ਰਾਬ ਦਾ ਰੈਵਨਿਊ ਕਦੇ ਘਟਦਾ ਨਹੀਂ, ਵੱਧ ਰਿਹਾ, ਔਰ ਹੁਣੇ ਜਦੋਂ ਮੈਂ ਕਿਹਾ ਕਿ ਰੈਵਨਿਊ ਘਟ ਗਿਆ ਤੁਸੀਂ ਕਹਿ ਰਹੇ ਹੋ ਘਟਣਾ ਚਾਹੀਦਾ। ਮੈਂ ਨਹੀਂ ਚਾਹੁੰਦਾ ਕਿ ਨਸ਼ੇ ਵਧਣੇ ਚਾਹੀਦੇ ਨੇ। ਚਲੋ ਮੈਨੂੰ 1 ਮਿੰਟ ਦੇ ਦਿਓ, ਬਰਾੜ ਸਾਹਿਬ ਦਾ ਇੱਕ ਰਿਐਕਸ਼ਨ ਲੈ ਲਾ। ਹਾਂਜੀ ਬਰਾੜ ਸਾਹਿਬ। ਇੱਕ ਹੁੰਦਾ ਮੰਨਿਆ ਜਦੋਂ ਆਪਣੇ ਪਰਿਵਾਰ ਦੇ ਵਿੱਚ ਵੀ ਆਰਥਿਕ ਤੰਗੀ ਆ ਜਾਏ, ਕੋਈ ਮੁਸ਼ਕਲ ਆ ਜਾਏ ਜੀ, ਪਰਿਵਾਰ ਦੇ ਮੁਖੀ ਨੂੰ ਜਾਂ ਪਰਿਵਾਰ ਨੂੰ ਜਿਹਨੇ ਚਲਾਉਣਾ ਹੈ ਉਹਦਾ ਇਹ ਫਰਜ਼ ਬਣਦਾ ਇੱਕ ਪਰਿਵਾਰ ਨੂੰ ਸੰਦੇਸ਼ ਦੇਵੇ, ਆਪ ਆਪਣੇ ਤੇ ਲਾਗੂ ਕਰਕੇ ਕਿ ਘੱਟ ਖਰਚੇ ਕਰਨੇ ਆ। ਸਿੰਬੋਲਿਕ ਹੁੰਦਾ ਤਾਂ ਹੀ ਬੱਚੇ ਜਾਂ ਪਰਿਵਾਰ ਤੁਹਾਡਾ ਸਿੰਬੋਲਿਕ ਹੁੰਦਾ। ਇਸ ਕਰਕੇ ਮੈਂ ਮੰਨਦਾ ਜਿਹੜੇ ਖਰਚੇ ਕਰਨੇ, ਮੰਤਰੀਆਂ ਨੂੰ ਕੈਬਨਿਟ ਰੈਂਕ ਦੇਣੇ, ਕਾਰਪੋਰੇਸ਼ਨਾਂ ਬੋਰਡਾਂ ਜਿਹੜੀਆਂ ਘਾਟੇ 'ਚ ਪੈ ਰਹੀਆਂ ਉਹਨਾਂ ਤੇ ਚੇਅਰਮੈਨ ਠੋਸਦੇ ਨੇ ਸਿਆਸੀ ਨੇਤਾਵਾਂ ਨੂੰ ਖੁਸ਼ ਕਰਨ ਲਈ, ਇਹ ਸਭ ਗੱਲਾਂ ਦੇ ਸੰਦੇਸ਼ ਗਲਤ ਜਾ ਰਹੇ ਆ। ਬਲਕਿ ਸੰਦੇਸ਼ ਇਹ ਹੋਣਾ ਚਾਹੀਦਾ ਤਾਂ ਜੋ ਲੋਕ ਵੀ ਸਰਕਾਰ ਦਾ ਸਾਥ ਦੇਣ, ਦੂਜਾ ਆਪਦਾ ਆਮਦਨ ਵਧਾਓ, ਲੇਕਿਨ ਸੰਦੇਸ਼ ਚੰਗੇ ਦਿਓ। ਸੰਦੇਸ਼ ਤਾਂ ਉਲਟ ਜਾ ਰਹੇ ਆ। ਹਾਂ ਵੀ ਜੇ ਸੂਬਾ ਤੰਗੀ ਤੁਰਸ਼ੀ ਦੇ ਵਿੱਚ ਹੈ ਤੇ ਅਸੀਂ ਵੀ ਉਸੇ ਤਰੀਕੇ ਦੇ ਨਾਲ ਕਰੀਏ ਤਾਂ ਸ਼ਾਇਦ ਮੈਸੇਜ ਮੁਲਾਜ਼ਮਾਂ ਨੂੰ ਵੀ ਜਾਵੇ, ਕਿਉਂਕਿ ਮੁਲਾਜ਼ਮ ਹਰ ਵਾਰ ਕਹਿੰਦੇ ਨੇ ਕਿ ਜੇ ਆਰਥਿਕ ਮੰਦਹਾਲੀ ਹੈ ਤਾਂ ਸਿਰਫ ਸਾਡੇ ਲਈ ਕਿਉਂ ਹੈ, ਸਾਰਿਆਂ ਲਈ ਕਿਉਂ ਨਹੀਂ ਹੈ, ਵਿਧਾਇਕਾਂ ਲਈ ਕਿਉਂ ਨਹੀਂ ਹੈ, ਮੰਤਰੀਆਂ ਲਈ ਕਿਉਂ ਨਹੀਂ ਹੈ, ਸਾਰਿਆਂ ਲਈ ਹੋਣੀ ਚਾਹੀਦੀ ਹੈ। ਫਿਲਹਾਲ ਮੇਰੇ ਕੋਲ ਸਮਾਂ ਘੱਟ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਮੁੱਖ ਦੀ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੰਦੇਸ਼ ਦਿੰਦੀਆਂ ਨੇ ਕਿ ਤੁਸੀਂ ਕਰਨੀ, ਕਹਿਣੀ ਤੇ ਕਥਨੀ ਦੇ ਵਿੱਚ ਤੁਸੀਂ ਕਿੰਨਾ ਫਰਕ ਰੱਖਦੇ ਹੋ। ਤੁਸੀਂ ਵਾਰ-ਵਾਰ ਇਹੀ ਕਹੀ ਜਿਓ ਖਜ਼ਾਨਾ ਖਾਲੀ ਹੈ, ਖਰਚੇ ਘਟਾਓ ਤੇ ਆਪ ਤੁਸੀਂ ਕੋਈ ਖਰਚਾ ਘੱਟ ਨਾ ਕਰੋ, ਤੇ ਫਿਰ ਅਸੀਂ ਕਿਸ ਮੂੰਹ ਨਾਲ ਲੋਕਾਂ ਨੂੰ ਕਹੀਏ ਕਿ ਖਜ਼ਾਨਾ ਖਾਲੀ ਹੈ, ਖਰਚੇ ਘੱਟ ਕਰੋ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PDC ਨਿਊਜ਼ ਦੇ ਨਾਲ। ਧੰਨਵਾਦ।